कई ਇਹੋ ਜਿਹੇ ਇਨਸਾਨ ਸੀ ਵੀ ਜਿਹੜੀ ਵਰਦੀ ਗੋਲੀ ਦੇ ਵਿੱਚ ਵੀ ਪ੍ਰਸ਼ਾਦਾ ਪਾਣੀ ਪਹੁੰਚਾ ਰਹੇ ਸੀ ਬਾਹਰੋਂ ਕਿਸੇ ਤਰੀਕੇ ਨਾਲ ਸੰਗਤਾਂ ਨੂੰ ਛਕਾ ਰਹੇ ਸੀ। ਸਾਡੇ ਸਾਹਮਣੇ ਜਦੋਂ ਨਿਕਲਿਆ ਨਾ 100-200 ਬੰਦਾ, ਉਹ ਤਾਂ ਉਹਨਾਂ ਸਾਰਾ ਡਾਤਾ ਮਿੰਟੋ ਮਿੰਟੀ ਕਿਸੇ ਦਾ ਸਿਰ ਉਧਰ ਗਿਆ, ਕਿਸੇ ਦੀ ਬਾਂਹ, ਕਿਸੇ ਦੀ ਲੱਤ, ਮਤਲਬ ਐ ਖਿਲਾਰ ਦਿੱਤੇ ਸਾਰੇ ਉਹਨਾਂ। ਤੇ ਪਾਣੀ ਦੀ ਇੰਨੀ ਜ਼ਿਆਦਾ ਪਿਆਸ ਸੀ, ਇੰਨੀ ਗਰਮੀ ਸੀ, ਉਹ ਪਾਣੀ ਜਿਹੜਾ ਨਾ ਮੁਰਦਿਆਂ ਵਾਲਾ ਉਹ ਭਰ ਭਰ ਐਂ ਪੀਤਾ। ਜਦੋਂ ਰਾਤ ਫੌਜ ਆਈ ਉਦੋਂ ਬਹੁਤ ਚੀਕਾਂ ਵੱਜੀਆਂ। ਰਾਤ ਫਿਰ ਉਹਨਾਂ ਨੇ ਬੂਹੇ ਭੰਨ ਕੇ, ਖਿੜਕੀਆਂ ਭੰਨ ਕੇ ਅੰਦਰ ਗੋਲੀਆਂ ਚਲਾਈਆਂ ਜਾਂ ਗ੍ਰਨੇਡ ਮਾਰੇ। ਮਤਲਬ ਬਹੁਤ ਬੁਰਾ ਹਾਲ ਕਰਤਾ ਇੱਕ ਵਾਰੀ। ਉਹ ਸੰਗਲਾ ਨਾਲ ਨਾ ਪੁੱਠਾ ਲਮਕਾ ਲੈਂਦੇ, ਬੰਨ ਲੈਂਦੇ, ਤੇ ਫਿਰ ਉਹ ਕੁਰਸੀ ਦੀ ਬਾਹੀ ਆਈ, ਜਿਹੜੀ ਹੱਥ ਆਈ ਉਹ ਮਾਰਨੀ। ਗੁਰੂ ਰਾਮਦਾਸ ਸਰਾਂ ਦੇ ਵਿੱਚ ਚੀਕਾਂ ਵੱਜਦੀਆਂ ਸੀ, ਮਤਲਬ 4 ਚੁਫੇਰੇ, ਤੇ ਇੰਨੀ ਕੁ ਦਹਿਸ਼ਤ ਸੀ ਹਰ ਕਮਰੇ 'ਚ। ਮਤਲਬ ਉਹਨਾਂ ਨੇ ਭੰਨ ਸ਼ੀਸ਼ੇ ਤੇ ਉਹਦੇ ਵਿੱਚ ਗਰਨੇਡ ਸੁੱਟੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਇਤਿਹਾਸ ਦੀ ਜੇ ਗੱਲ ਕਰੀਏ ਤਾਂ ਉਸ ਬਾਰੇ ਜਾਣਕਾਰੀ ਸਾਨੂੰ ਆਪਣੇ ਹੀ ਸਿੱਖ ਇਤਿਹਾਸਕਾਰਾਂ ਤੋਂ ਸ਼ੁਰੂ ਤੋਂ ਹੀ ਮਿਲਦੀ ਰਹੀ ਹੈ। ਭਾਵੇਂ ਉਹ ਗੁਰੂ ਸਾਹਿਬ ਦੇ ਵੇਲੇ ਦੇ ਸਿੱਖ ਰਹੇ ਨੇ, ਜੋ ਗੁਰੂ ਸਾਹਿਬ ਦਾ ਸਰੀਰਕ ਤੌਰ ਤੇ ਨਿੱਘ ਮਾਣਦੇ ਰਹੇ ਨੇ। ਉਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਦੀ ਗੱਲ ਕਰੀਏ, ਸਿੱਖ ਮਿਸਲਾਂ ਦੀ ਗੱਲ ਕਰੀਏ, ਘੱਲੂਘਾਰਿਆਂ ਦੀ ਗੱਲ ਕਰੀਏ ਜਾਂ ਖਾਲਸਾ ਰਾਜ ਦੀ ਗੱਲ ਕਰੀਏ, ਉਹਨਾਂ ਸਾਰਿਆਂ ਵੇਲੇ ਦਾ ਇਤਿਹਾਸ ਅਸੀਂ ਆਪਣੇ ਸਿੱਖ ਇਤਿਹਾਸਕਾਰਾਂ ਦੀ ਜ਼ੁਬਾਨੀ ਜਾਂ ਉਹਨਾਂ ਦੀਆਂ ਲਿਖਤਾਂ ਤੋਂ ਜਾਣਦੇ ਰਹੇ ਹਾਂ, ਸੁਣਦੇ ਰਹੇ ਹਾਂ। ਅੱਜ ਵੀ ਜਿਹੜਾ ਅਸੀਂ ਉਸ ਇਤਿਹਾਸ ਨਾਲ ਵਾਹ ਵਾਸਤਾ ਰੱਖਦੇ ਹਾਂ। 1984 ਦੇ ਵਿੱਚ ਜੋ ਘੱਲੂਘਾਰਾ ਵਾਪਰਿਆ, ਜਦੋਂ ਦਰਬਾਰ ਸਾਹਿਬ ਉੱਤੇ ਹਮਲਾ ਕੀਤਾ ਗਿਆ, ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕੀਤਾ ਗਿਆ, ਉਸ ਇਤਿਹਾਸ ਦੇ ਵਿੱਚ ਤੇ ਪਿਛਲੇ ਇਤਿਹਾਸ ਦੀਆਂ ਸਿਚੁਏਸ਼ਨਸ ਦੇ ਵਿੱਚ ਇੱਕ ਵੱਡਾ ਫਰਕ ਹੈ। ਇਸ ਹਮਲੇ ਤੋਂ ਬਾਅਦ 1984 ਦੇ ਹਮਲੇ ਤੋਂ ਬਾਅਦ ਅਜਿਹੇ ਹਾਲਾਤ ਬਣੇ ਕਿ ਸਾਨੂੰ ਉਸੇ ਸਰਕਾਰ ਦੇ ਨਾਲ, ਉਸੇ ਸਿਸਟਮ ਦੇ ਵਿੱਚ ਰਹਿਣ ਲਈ ਮਜਬੂਰ ਹੋਣਾ ਪਿਆ, ਜਾਂ ਹੁਣ ਤੱਕ ਅਸੀਂ ਰਹਿ ਰਹੇ ਹਾਂ। ਜਿਸ ਕਾਰਨ ਉਸ ਹਮਲੇ ਦੇ ਜਿਹੜੇ ਨੈਰੇਟਿਵ ਨੇ ਉਹ ਅਖਬਾਰਾਂ ਦੇ ਜ਼ਰੀਏ, ਰਾਜਨੇਤਾਵਾਂ ਦੇ ਜ਼ਰੀਏ, ਸਰਕਾਰ ਦੇ ਜ਼ਰੀਏ ਜਿਵੇਂ ਦੇ ਘੜੇ ਗਏ, ਉਸ ਨਾਲ ਇੱਕ ਵੱਡਾ ਸ਼ੰਕਾ ਵੀ ਪੈਦਾ ਹੋਇਆ, ਜਿਸ ਕਰਕੇ ਹੁਣ ਤੱਕ ਸਾਨੂੰ ਕਈ ਨੁਕਸਾਨ ਝੱਲਣੇ ਪੈਂਦੇ ਨੇ ਜਾਂ ਕਈ ਸਵਾਲਾਂ ਦੇ ਜਵਾਬ ਹਜੇ ਤੱਕ ਕਲੀਅਰ ਨਹੀਂ ਹੋ ਸਕਦੇ। ਉਸ ਸਿਚੁਏਸ਼ਨ ਨੂੰ ਹੈਂਡਲ ਕਰਨ ਲਈ, ਉਸ ਸਿਚੁਏਸ਼ਨ ਤੋਂ ਬਾਹਰ ਨਿਕਲਣ ਲਈ ਜਿਹੜਾ ਇੱਕ ਮੱਕੜ ਜਾਲ ਸਾਡੇ ਆਲੇ ਦੁਆਲੇ ਬੁਣਿਆ ਗਿਆ, ਉਸ ਤੋਂ ਬਾਹਰ ਨਿਕਲਣ ਲਈ ਜ਼ਰੂਰੀ ਹੈ ਕਿ ਅਸੀਂ ਉਸ 1984 ਦੇ ਘੱਲੂਘਾਰੇ ਦੇ ਵਿੱਚ ਜਿਹੜੇ ਚਸ਼ਮਦੀਦ ਸੀਗੇ, ਜਿਹੜੇ ਸੰਘਰਸ਼ੀ ਯੋਧੇ ਸੀ, ਜਾਂ ਜਿਨ੍ਹਾਂ ਨੇ ਆਪਣੇ ਪਿੰਡਿਓ ਪੀੜ ਹੰਢਾਈ ਹੈ, ਉਹਨਾਂ ਤੋਂ ਹੀ ਉਹਨਾਂ ਹਾਲਾਤਾਂ ਬਾਰੇ ਜਾਣੀਏ। ਇਸੇ ਤਹਿਤ ਅਸੀਂ ਤੁਹਾਡੇ ਲਈ ਇੱਕ ਲੜੀ ਲੈ ਕੇ ਆਏ ਹਾਂ, 1984 ਅਨਟੋਲਡ ਸਟੋਰੀਜ਼। ਇਹਨਾਂ ਅਣਕਹੀਆਂ ਕਹਾਣੀਆਂ ਦੇ ਵਿੱਚ ਅਸੀਂ ਕੋਸ਼ਿਸ਼ ਕਰ ਰਹੇ ਹਾਂ ਉਹਨਾਂ ਚਸ਼ਮਦੀਦਾਂ ਨੂੰ, ਉਹਨਾਂ ਗਵਾਹਾਂ ਨੂੰ, ਜਾਂ ਉਹਨਾਂ ਹੱਡੀ ਹੰਢਾਏ ਬੰਦਿਆਂ ਨੂੰ ਸਾਹਮਣੇ ਲੈ ਕੇ ਆਈਏ ਜਿਨ੍ਹਾਂ ਨੂੰ ਹੁਣ ਤੱਕ ਨਹੀਂ ਸੁਣਿਆ ਗਿਆ ਜਾਂ ਜਿਨ੍ਹਾਂ ਦੀ ਹੁਣ ਤੱਕ ਨਈ ਆਵਾਜ਼ ਸਾਹਮਣੇ ਆਈ, ਜਿਸ ਕਰਕੇ ਉਹ ਸਿਚੁਏਸ਼ਨ ਹੈ ਜਿਹੜੀ ਉਹ ਤਸਵੀਰ ਹੋਰ ਸਾਫ਼ ਹੋ ਜਾਏਗੀ। ਸੋ ਉਸੇ ਤੇ ਚੱਲਦੇ ਹਾਂ। ਅੱਜ ਸਾਡੇ ਵਿੱਚ ਮੌਜੂਦ ਨੇ ਸਰਦਾਰ ਗੁਰਮੀਤ ਸਿੰਘ ਜੀ ਬੁੱਟਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਰਦਾਰ ਗੁਰਮੀਤ ਸਿੰਘ ਜੀ, ਸਭ ਤੋਂ ਪਹਿਲਾਂ ਅਸੀਂ ਚਾਹੁੰਦੇ ਹਾਂ ਵੀ ਤੁਸੀਂ ਆਪਣੇ ਬਾਰੇ ਸੰਖੇਪ ਦੇ ਵਿੱਚ ਤੁਹਾਡਾ ਪਿਛੋਕੜ ਕੀ ਹੈ, ਪਿੰਡ ਕਿਹੜਾ ਰਿਹਾ, ਤੇ ਉਸ ਤੋਂ ਬਾਅਦ ਆਪਾਂ ਜਿਹੜੀ ਸੰਘਰਸ਼ੀ ਜੀਵਨ ਦੀ ਜਿਹੜੀ ਸ਼ੁਰੂਆਤ ਕਰਾਂਗੇ। ਮੇਰਾ ਪਿਛੋਕੜ ਬੁੱਟਰ ਕਲਾਂ ਕਾਦੀਆਂ, ਗੁਰਦਾਸਪੁਰ ਜ਼ਿਲ੍ਹੇ ਦਾ ਪਿੰਡ ਹੈ ਮੇਰਾ। ਤੇ ਮੇਰੇ ਦਾਦਾ ਜੀ ਸ਼੍ਰੋਮਣੀ ਕਮੇਟੀ ਦੇ ਮੈਂਬਰ ਰਹੇ ਨੇ, ਜਥੇਦਾਰ ਅਮਰ ਸਿੰਘ ਬੁੱਟਰ। ਸਨ 1955 ਤੋਂ ਲੈ ਕੇ 1977 ਤੱਕ ਉਹ ਮੈਂਬਰ ਸ਼੍ਰੋਮਣੀ ਕਮੇਟੀ ਵੀ ਰਹੇ, ਐਗਜ਼ੈਕਟਿਵ ਮੈਂਬਰ ਵੀ ਰਹੇ ਨੇ। ਤੇ ਉਸ ਤੋਂ ਬਾਅਦ 77 ਵਿੱਚ ਉਹਨਾਂ ਦੀ ਡੈਥ ਹੋ ਜਾਂਦੀ ਹੈ। ਉਸ ਤੋਂ ਬਾਅਦ ਉਦੋਂ ਉਸ ਵੇਲੇ ਮੈਂ 10 ਸਾਲ ਦਾ ਸੀ, ਤੇ ਮੇਰੇ ਪਿਤਾ ਜੀ ਨੇ ਭਰਾਵਾਂ ਦੀ ਵੰਡ ਕਰਕੇ ਉਹ ਪਹਿਲੀ ਜ਼ਮੀਨ ਜਿਹੜੀ ਆ ਉਹ ਇਕੱਠੀ ਨਹੀਂ ਸੀ ਹੁੰਦੀ, ਫਿਰ ਉੱਥੋਂ ਵੇਚ ਕੇ ਅਸੀਂ ਚਗਾਵੇਂ ਦੇ ਲਾਗੇ, ਚਗਾਵਾਂ ਜਨਾਲਾ ਰੋਡ ਤੇ ਜੱਜੇ ਮੋੜੇ ਜ਼ਮੀਨ ਉੱਥੇ ਸਨ 1983 ਵਿੱਚ ਖਰੀਦੀ ਸੀ ਜ਼ਮੀਨ ਜੀ। ਤੇ ਸਾਲ ਬਾਅਦ ਹੀ ਇਹ ਵਾਕਿਆ ਹੋ ਜਾਂਦਾ ਵੀ ਮੈਨੂੰ ਦਰਬਾਰ ਸਾਹਿਬ ਆਉਣਾ ਪੈਂਦਾ। ਤੋ ਦਰਬਾਰ ਸਾਹਿਬ ਦੇ ਵਿੱਚ ਜਦੋਂ 1 ਜੂਨ 1984 ਨੂੰ ਮੁੜ ਕੇ ਫਿਰ ਅਟੈਕ ਹੋ ਜਾਂਦਾ। ਮੈਂ 2-4 ਦਿਨ ਪਹਿਲਾਂ ਆਇਆ, 27 ਮਈ ਨੂੰ ਮੈਂ ਦਰਬਾਰ ਸਾਹਿਬ ਆਇਆ, ਜੋ ਕਿ ਮੈਂ ਬਹੁਤ ਅਣਜਾਣ ਸੀ, ਇਸ ਬਾਰੇ ਮੈਨੂੰ ਜਾਣਕਾਰੀ ਨਹੀਂ ਸੀ। ਤੇ ਅਜੇ
ਦਰਸ਼ਨ ਕਰਨ ਦਾ ਮੌਕਾ ਜਿਹੜਾ ਉਹ ਪਹਿਲੀ ਵਾਰੀ ਪ੍ਰਾਪਤ ਹੋਇਆ ਸੀ ਜੇ ਆਪਣੀ ਮੈਂ ਹੋਸ਼ ਜਦੋਂ ਸੰਭਲੀ ਹੈ ਤੇ ਪਹਿਲੀ ਵਾਰੀ ਮੈਂ ਦਰਬਾਰ ਸਾਹਿਬ ਆਇਆ ਜੀ। ਤੁਸੀਂ ਕਹਿੰਦੇ ਵੀ 27 ਮਈ ਨੂੰ 1984 ਨੂੰ ਤੁਸੀਂ ਪਹਿਲੀ ਵਾਰ ਇੱਥੇ ਰਹਿਣ ਲਈ ਆਉਂਦੇ ਹੋ, ਕਿਸ ਕੋਲ ਰਹਿਣ ਲਈ ਆਉਂਦੇ ਹੋ ਤੁਸੀਂ? ਇੱਥੇ ਮੇਰੇ ਨਾ ਮਾਮਾ ਜੀ ਦੇ ਬੇਟੇ ਸੀ ਸਰਦਾਰ ਹਰਮਿੰਦਰ ਸਿੰਘ ਸੰਧੂ, ਫੈਡਰੇਸ਼ਨ ਦੇ ਜਨਰਲ ਸਕੱਤਰ ਸੀ। ਉਹ ਸੰਤ ਜਰਨੈਲ ਸਿੰਘ ਪਿੰਡਰਾਂ ਵਾਲਿਆਂ ਨਾਲ ਉਹਨਾਂ ਦਾ ਕਾਫੀ ਪਿਆਰ ਸੀ, ਨੇੜਤਾ ਸੀ। ਉਹਨਾਂ ਦੇ ਕਰਕੇ ਮੇਰੇ ਮਾਤਾ ਪਿਤਾ ਜੀ ਨੇ ਕੁਝ, ਮੈਂ ਅਜੇ ਘਰ ਦੇ ਹਾਲਾਤ ਕਮਜ਼ੋਰ ਸੀ ਤੇ ਬਜ਼ੁਰਗਾਂ ਨੇ ਕਿਹਾ, ਮੈਂ 10 ਪਾਸ ਕਰ ਲਈਆਂ ਸੀ, +1 ਦੇ ਪੇਪਰ ਦਿੱਤੇ ਸੀ, ਤੇ ਮੈਨੂੰ ਕਹਿੰਦੇ ਵੀ ਕਾਕਾ ਕੋਈ ਆਪਾਂ ਨੌਕਰੀ ਦਾ ਦੇਖੀਏ ਹੀ ਲਵਸੀ ਲੈ, ਜੇ ਕੋਈ ਸਰਕਾਰੀ ਨੌਕਰੀ ਮਿਲ ਜੇ। ਤੋਂ ਫਿਰ ਹਰਮਿੰਦਰ ਸੰਧੂ ਦੇ ਪਿਤਾ ਜੀ ਸਰਦਾਰ ਦਲ ਸਿੰਘ ਸੰਧੂ ਮੇਰੇ ਮਾਮਾ ਜੀ ਸੀ, ਤੇ ਉਹਨਾਂ ਕੋਲ ਮੈਨੂੰ ਭੇਜਿਆ ਬਜ਼ੁਰਗਾਂ ਨੇ। ਤੇ ਉਹਨਾਂ ਨੇ ਕੋਈ ਆਪਣਾ ਜਿਹੜਾ ਉਹਨਾਂ ਦਾ ਕੁਲੀਗ ਸੀ, ਅਫਸਰ ਸੀ, ਜਿਹੜਾ ਨਹਿਰ ਦੇ ਮਹਿਕਮੇ 'ਚ ਨੌਕਰੀ ਵਾਸਤੇ ਰੱਖਦਾ ਸੀ, ਤੇ ਮੈਨੂੰ ਉਸ ਪਾਸ ਭੇਜਿਆ। ਤੇ ਉਹ ਅਫਸਰ ਮੈਨੂੰ ਕਹਿੰਦਾ ਵੀ ਕਾਕਾ ਤੇਰੀ ਉਮਰ ਕਿੰਨੀ? ਮੈਂ ਕਿਹਾ ਜੀ ਮੇਰੇ 17.5 ਸਾਲ ਉਮਰ ਹੈ। ਤੇ ਮੈਨੂੰ ਕਹਿੰਦੇ ਵੀ ਤੂੰ 18 ਸਾਲ ਜਿੱਦਣ ਪੂਰੇ ਹੋ ਜਾਣਗੇ ਉਦਣ ਆ ਜੀ, ਤੇ ਮੈਂ ਤੈਨੂੰ ਐਡਜਸਟ ਕਰ ਲੂੰਗਾ। ਤੇ ਮੈਂ ਉਸ ਤੋਂ ਬਾਅਦ ਮੈਂ ਘਰ ਚਲ ਗਿਆ, ਤੇ ਬਜ਼ੁਰਗਾਂ ਨੇ ਫਿਰ ਹਰਮਿੰਦਰ ਸੰਧੂ ਨਾਲ ਗੱਲ ਕਰਕੇ ਵੀ ਹਰਮਿੰਦਰ ਇਹਨੂੰ ਅਸੀਂ ਤੇਰੇ ਕੋਲ ਹੀ ਭੇਜ ਦਿੰਦੇ ਹਾਂ, ਜਦੋਂ ਇਹਦੇ 6 ਮਹੀਨੇ ਪੂਰੇ ਹੋ ਜਾਣਗੇ ਤੇ ਇਹਨੂੰ ਨੌਕਰੀ ਤੇ ਐਡਜਸਟ ਵਾਸਤੇ ਭੇਜ ਕਰਵਾ ਲਈ, ਜਾਂ ਜੋ ਵੀ ਹੈ ਉਹਨੂੰ ਭੇਜ ਦੀ ਸਾਰੀ। ਉਹ ਫਿਰ ਮੈਂ 27 ਮਈ ਨੂੰ ਇੱਥੇ ਦਰਬਾਰ ਸਾਹਿਬ ਆਇਆ। ਤੇ ਚਲੋ ਉਦੋਂ ਨਵੇਂ ਥਾਂ ਪਹਿਲੀ ਵਾਰੀ ਕਣਕ ਬੀਜੀ, ਤੇ ਚਲੋ ਸਰ ਦਾ ਬਣਦਾ ਜਿਹੜਾ ਆਟਾ ਮੈਂ ਲੈ ਕੇ ਨਾਲ ਆਇਆ, ਮੈਨੂੰ ਪਤਾ ਨਹੀਂ ਸੀ। ਫਿਰ ਬਜ਼ੁਰਗਾਂ ਨੇ ਮੈਨੂੰ ਸਮਝਾਤਾ ਵੀ ਬੱਸ ਸਟੈਂਡ 'ਚ ਜਾ ਕੇ ਤੇ ਉੱਥੋਂ ਰਕਸ਼ਾ ਲਈ ਤੇ ਦਰਬਾਰ ਸਾਹਿਬ ਚੱਲ ਜੀ। ਫਿਰ ਉਸ ਤਰੀਕੇ ਨਾਲ ਮੈਂ ਲਿਆ, ਤੇ ਇੱਥੇ ਫਿਰ ਮੈਂ ਹਰਮਿੰਦਰ ਸੰਧੂ ਨੂੰ ਸ਼ਾਮੀ ਮਿਲਿਆ, ਤੇ ਲੰਗਰ 'ਚ ਆਟਾ ਪਾਉਣ ਤੋਂ ਬਾਅਦ ਫਿਰ ਮੈਂ ਉਹਨਾਂ ਨੂੰ ਮਿਲਿਆ, ਤੇ ਉਹਨਾਂ ਨੂੰ ਦੱਸਿਆ ਸਾਰੀ ਵੀ ਮੈਨੂੰ ਏਦਾਂ ਮਾਂ ਪਿਓ ਨੇ ਤੁਹਾਡੇ ਕੋਲ ਭੇਜਿਆ ਰਹਿਣ ਵਾਸਤੇ। ਤਾਂ ਮੈਨੂੰ ਆਂਦੇ ਕੋਈ ਨਹੀਂ ਗੁਰਮੀਤ ਤੂੰ ਇੱਥੇ ਰਹੀ ਜਾ, ਜਦੋਂ ਤੇਰਾ ਕੋਈ ਕੰਮ ਬਣ ਜੂਗਾ ਉਦੋਂ ਤੂੰ ਜਾ ਕੇ ਮਿਲ ਲਈ ਜਿਵੇਂ ਵੀ ਹੈ। ਉਹ ਫਿਰ ਉੱਥੇ 27 ਮਈ ਨੂੰ ਮੈਂ ਜਦੋਂ ਆਇਆ ਤੇ ਮੈਂ ਇੱਥੇ ਫਿਰ ਉਹਨਾਂ ਕੋਲ ਰਹਿਣਾ ਸ਼ੁਰੂ ਕੀਤਾ। ਉਦੋਂ ਦੇ ਜਿਹੜੇ ਹਾਲਾਤ ਸੀਗੇ, ਤੁਸੀਂ 27 ਮਈ ਦੀ ਗੱਲ ਕਰਦੇ ਹੋ, ਤਕਰੀਬਨ ਉਦੋਂ ਲਾਮਬੰਦੀ ਹੈ ਜਿਹੜੀ ਸ਼ੁਰੂ ਹੋ ਚੁੱਕੀ ਸੀ ਫੌਜ ਵੱਲੋਂ। ਹਾਂਜੀ, ਤਾਂ ਕਿਵੇਂ ਦੇ ਹਾਲਾਤ ਸੀ? ਕਿਉਂਕਿ ਕਿਤਾਬਾਂ ਦੇ ਵਿੱਚ ਜਿਹੜਾ ਦੇਖਣ ਨੂੰ ਸੁਣਨ ਨੂੰ ਮਿਲਦਾ, ਜਾਂ ਸਰਕਾਰੀ ਦਰਬਾਰਿਆਂ ਤੋਂ ਜਾਂ ਰਾਜਨੇਤਾਵਾਂ ਵੱਲੋਂ ਜੋ ਸੁਣਨ ਨੂੰ ਦੇਖਣ ਨੂੰ ਮਿਲਦਾ, ਅਸੀਂ ਚਾਹੁੰਦੇ ਹਾਂ ਵੀ ਇੱਕ ਸੰਗਤ ਦੇ ਤੌਰ ਤੇ ਤੁਸੀਂ ਸ਼ਰਧਾਲੂ ਬਣ ਕੇ ਆਏ ਸੀ ਉਰੇ ਰਹਿਣ ਲਈ, ਤੁਸੀਂ ਉਦੋਂ ਕੀ ਸਾਰਾ ਕੁਝ ਵਾਪਰਿਆ ਦੇਖਿਆ ਤੇ ਕੀ ਮਹਿਸੂਸ ਕੀਤਾ? ਜਦੋਂ ਮੈਂ 27 ਮਈ ਨੂੰ ਆਇਆ ਨਾ, ਤੇ 27 ਮਈ ਇੱਕ ਆਮ ਅਣਜਾਣ ਸਮਝ ਲਓ ਵੀ ਮਤਲਬ ਸੀ, ਮੈਨੂੰ ਇਹਦੇ ਬਾਰੇ ਕੁਝ ਨਹੀਂ ਸੀ ਪਤਾ, ਮੈਨੂੰ ਦਰਬਾਰ ਸਾਹਿਬ ਬਾਰੇ ਜਾਣਕਾਰੀ ਨਹੀਂ ਸੀ। ਉਹ ਫਿਰ ਮੈਂ ਹੌਲੀ ਹੌਲੀ ਸਟੈਪ ਬਾਈ 27, 28, 29, 30, 31 ਤੱਕ ਜਿਹੜਾ ਉਹ ਮੈਂ ਵੱਖ-ਵੱਖ ਗੁਰਦੁਆਰਾ ਸਾਹਿਬਾਨ ਜਿਹੜੇ ਆ ਹਦੂਦ ਦੇ ਅੰਦਰ ਜਾਂ ਮਤਲਬ ਜਿੱਥੇ ਵੀ ਉਹ ਦਰਸ਼ਨ ਕਰਨੇ ਸ਼ੁਰੂ ਕੀਤੇ, ਤੇ ਆਸਤੇ ਆਸਤੇ ਜਿਹੜੀ ਨੌਲੇਜ ਹੋ ਰਹੀ ਸੀ। ਤੇ 1 ਤਰੀਕ ਨੂੰ ਮੈਂ ਜਦੋਂ ਹੌਲੀ ਹੌਲੀ ਲੰਗਰ ਹਾਲ ਤੇ ਸੰਤ ਜਰਨੈਲ ਸਿੰਘ ਜਦੋਂ ਸਪੀਚ ਕਰ ਰਹੇ ਸੀ, ਤੇ ਮੈਂ ਵੀ ਉੱਥੇ ਪਹੁੰਚ ਗਿਆ। ਤੇ ਉਸ ਤੋਂ ਬਾਅਦ ਫਿਰ ਜਿਹੜੀ ਆ 1 ਤਰੀਕ ਨੂੰ ਹੀ ਗੋਲੀ ਸ਼ੁਰੂ ਹੋ ਜਾਂਦੀ ਹੈ, ਤੇ ਉਹ ਥੰਬਲਿਆਂ ਦੇ ਬਚ ਬਚਾ ਨਾ ਜਿੱਦਾਂ ਦੁਨੀਆ ਨੂੰ ਭੱਗ ਦੜ ਮਚ ਗਈ ਪੂਰੀ। ਤੇ ਉੱਥੋਂ ਫਿਰ ਲੰਗਰ ਚੋਂ ਜਿਹੜਾ ਥੰਬਲਿਆਂ ਦਾ ਊਟ ਆਸਰਾ ਜਿਹਾ ਲੈ ਕੇ ਤੇ ਅਸੀਂ ਗੁਰੂ ਰਾਮਦਾਸ ਰਾਮ ਵਿੱਚ ਮੈਂ ਆ ਗਿਆ। ਤੇ ਉਸ ਤੋਂ ਬਾਅਦ ਆਮ ਜਿਵੇਂ 1 ਤਰੀਕ ਨੂੰ ਹਰਮਿੰਦਰ ਸੰਧੂ ਨੂੰ ਮਿਲੇ ਆ ਤੇ ਕੋਈ ਗੱਲ ਨਹੀਂ ਹੋਈ, 2 ਨੂੰ ਵੀ ਮਤਲਬ ਇਸ ਤਰ੍ਹਾਂ ਆਮ ਨੋਰਮਲ ਰਿਹਾ। ਤੇ ਜਦੋਂ 3 ਤਰੀਕ ਨੂੰ ਆਮ ਸੰਗਤ ਆ ਰਹੀ ਸੀ, ਗੁਰੂ ਅਰਜਨ ਦੇਵ ਜੀ ਦਾ ਗੁਰਪੁਰਬ ਸੀ, ਦਿਹਾੜਾ ਸੀ, ਸ਼ਹੀਦੀ ਦਿਹਾੜਾ ਸੀ, ਉਹਦੇ ਕਰਕੇ ਜਦੋਂ ਆਮ ਸੰਗਤ ਆ ਰਹੀ, ਆਮ ਵਿਚਰਦੇ ਰਹੇ ਆ, ਤੇ ਕੋਈ ਮੈਨੂੰ ਲੱਗਿਆ ਨੀਗਾ ਕਿਸੇ ਕਿਸਮ ਦਾ ਕੋਈ ਹਿਲ ਜੁਲ ਜਾਂ ਕੋਈ ਵੀ ਕਾਰਨ ਹੈ ਵੀ ਮੈਂ ਅਣਜਾਣ ਸੀ। ਜਿਹੜੇ ਬੰਦੇ ਚੁਸਤ ਸੀ ਜਾਂ ਦਰੁਸਤ ਸੀ, ਉਹ 3 ਤਰੀਕ ਨੂੰ ਜਦੋਂ ਆਂਦੇ 3 ਤੋਂ 5 ਕਿ ਜਾਂ 5 ਤੋਂ 7 2 ਘੰਟੇ ਕਰਫਿਊ ਖੁੱਲਾ, ਇਹ ਸੁਣਿਆ ਵੀ ਕਰਫਿਊ ਲੱਗ ਗਿਆ 1 ਤਰੀਕ ਨੂੰ। ਤੇ ਕਰਫਿਊ ਖੁੱਲੇ ਦਾ ਜਿਹੜਾ ਉਹ ਮੈਨੂੰ ਨਹੀਂ ਪਤਾ ਲੱਗਾ, ਤੇ ਨਾ ਮੈਨੂੰ ਪਤਾ ਹੀ ਸੀ ਇਹਦੇ ਬਾਰੇ। ਜਦੋਂ ਮੈਂ 7 ਵਜੇ ਤੋਂ ਬਾਅਦ ਹਰਮਿੰਦਰ ਸੰਧੂ ਆਏ, ਇੱਥੇ ਰੈਸਟ ਹਾਊਸ ਦੇ ਵਿੱਚ ਸੀ ਮੈਂ ਉਹਨਾਂ ਦੇ ਕੋਲ ਹੀ, ਇੱਥੇ ਅਕਾਲ ਰੈਸਟ ਹਾਊਸ ਜਿਹੜਾ ਆਪਣੇ ਜਿੱਥੇ ਹੈਗੀ ਨਾ ਗੁਰੂ ਅਰਜਨ ਦੇਵ ਸਰਾਂ, ਇਸ ਜਗ੍ਹਾ ਤੇ ਬਣਿਆ ਹੋਇਆ ਸੀ। ਤੇ ਹਰਮਿੰਦਰ ਸੰਧੂ ਦੀ ਰਿਹਾਇਸ਼ ਇੱਥੇ ਸੀ, ਉਹਨਾਂ ਨੂੰ ਕਮਰਾ ਮਿਲਿਆ ਸੀ, ਤੇ ਉਹਨਾਂ ਦੇ ਕੋਲ ਹੀ ਮੈਂ ਸੀ। ਤੇ ਜਦੋਂ 3 ਤਰੀਕ ਨੂੰ ਮੈਨੂੰ ਉਹਨਾਂ ਨੇ ਸ਼ਾਮ ਨੂੰ ਆਣ ਕੇ ਪੁੱਛਿਆ, ਮੈਨੂੰ ਆਂਦੇ ਗੁਰਮੀਤ ਤੂੰ ਚਲਾ ਜਾਣਾ ਸੀ। ਤੇ ਮੈਂ ਕਿਹਾ ਵੀਰ ਜੀ ਮੈਨੂੰ ਇਹਦੇ ਬਾਰੇ ਜਾਣਕਾਰੀ ਨਹੀਂ ਸੀ। ਤੇ ਮੈਂ ਕਿਹਾ ਮੈਂ ਸਵੇਰੇ ਸਵਾਸਤੇ ਨਿਕਲ ਜਾਊਂਗਾ। ਉਹ ਫਿਰ ਮੈਂ ਸਵੇਰੇ ਸਵਾਸਤੇ ਤਿਆਰ ਹੋਇਆ ਸੀ ਤੜਕੇ 4 ਵਜੇ ਵੀ ਮੈਂ ਨਿਕਲ ਜਾਣਾ ਹੈ।
ਤੇ ਉਹ ਮੁੜ ਕੇ 4 ਵਜੇ ਬਹੁਤ ਵੱਡਾ ਫਾਇਰ ਖੁੱਲਿਆ, ਜਿਹੜਾ ਮਤਲਬ ਜਿਵੇਂ ਧਰਤੀ ਹਿਲਾਊ ਫਾਇਰ ਜਿਹਨੂੰ ਕਹਿ ਦਿੰਦੇ ਆ, ਉਹ ਖੁੱਲਿਆ। ਤੇ ਉਸ ਤੋਂ ਬਾਅਦ ਫਿਰ ਚੱਲ ਗਈ ਹੈ, ਮਤਲਬ ਗੋਲੀ ਚੱਲਦੀ ਰਹੀ ਹੈ। ਉਹਦੇ ਬਾਰੇ ਜਾਣਕਾਰੀ ਹੈ ਵੀ ਉਹ ਫਾਇਰ ਕਿਹਦੇ ਪਾਸੇ ਤੋਂ ਖੁੱਲਿਆ ਸੀ ਤੇ ਕਿੱਥੇ ਹੋਇਆ? ਨਹੀਂ, ਇਹ ਨਹੀਂ ਮੈਨੂੰ ਨੌਲੇਜ ਨਹੀਂ ਹੈਗੀ ਕਿ ਕਿੱਧਰੋਂ ਆਇਆ ਇਹ, ਕਿਉਂਕਿ ਮੈਂ ਨਵਾਂ ਹੋਣ ਕਰਕੇ ਮੈਨੂੰ ਦਹਿਸ਼ਤ 'ਚ ਇੰਨਾ ਆ ਗਿਆ ਵੀ ਇਹ ਸਾਰਾ ਵਰਤਾਰਾ ਜਿਹੜਾ ਤੁਸੀਂ ਪਹਿਲੀ ਵਾਰ ਹਾਂਜੀ ਪਹਿਲੀ ਵਾਰੀ ਜਿਹੜੀ ਉਹਦੇ ਸੰਗਤ ਸੀਗੀ ਖਾਸ ਤੌਰ ਤੇ, ਉਹ ਸਾਰੇ ਮਾਹੌਲ ਬਾਰੇ ਕੀ ਸੋਚ ਰਹੀ ਸੀ, ਕੀ ਗੱਲਾਂ ਕਰ ਰਹੀ ਸੀ? ਮਤਲਬ ਸੰਗਤ ਦੇ ਵਿੱਚ ਦਹਿਸ਼ਤ ਸੀ, ਕੋਈ ਭੱਜ ਰਿਹਾ ਸੀ, ਕੋਈ ਇਹਨੂੰ ਭੱਜ ਰਿਹਾ ਸੀ, ਉਹ ਹਰ ਬੰਦਾ ਆਪਣੀ ਸੇਫਟੀ ਲਈ ਸੀ। ਕੋਈ ਕਿਸੇ ਕਮਰੇ 'ਚ ਵੜਿਆ ਸੀ, ਕੋਈ ਕੁਛ, ਕਈ ਇਹੋ ਜਿਹੇ ਇਨਸਾਨ ਸੀ ਵੀ ਜਿਹੜੀ ਉਹ ਵਰਦੀ ਗੋਲੀ ਦੇ ਵਿੱਚ ਵੀ ਪ੍ਰਸ਼ਾਦਾ ਪਾਣੀ ਪਹੁੰਚਾ ਰਹੇ ਸੀ ਬਾਹਰੋਂ, ਕਿਸੇ ਤਰੀਕੇ ਨਾਲ ਸੰਗਤਾਂ ਨੂੰ ਛਕਾ ਰਹੇ ਸੀ। ਕਿਉਂਕਿ ਜਦੋਂ ਇੱਥੋਂ ਕ੍ਰੋਸ ਕਰਦੇ ਆ ਗੁਰੂ ਰਾਮਦਾਸ ਸਰਾਂ ਚੋਂ ਲੰਗਰ ਨੂੰ, ਤਾਂ ਗੋਲੀ ਇੰਨੀ ਜ਼ਿਆਦਾ ਸੀ ਵੀ ਮਤਲਬ ਜਾਣਾ ਬਹੁਤ ਔਖਾ ਸੀ, ਆਮ ਸੰਗਤ ਲਈ ਬਹੁਤ ਜਾਣਾ ਔਖਾ ਸੀ। ਉਹ ਫਿਰ ਜਦੋਂ ਬਾਹਰੋਂ ਆਉਂਦੇ ਪ੍ਰਸ਼ਾਦੇ, ਉਹ ਪਤਾ ਨਹੀਂ ਕਿਹੜੀਆਂ ਭੀੜੀਆਂ ਗਲੀਆਂ ਥਾਣੀ ਲੋਕ ਜਿਹੜਾ ਉਹ ਪਹੁੰਚਾਉਂਦੇ ਸੀ, ਤੇ ਵਧੀਆ ਪ੍ਰਸ਼ਾਦੇ ਆਉਂਦੇ ਸੀ ਸੰਗਤ ਦੇ ਛਕਣ ਵਾਸਤੇ। ਆਲੇ ਦੁਆਲੇ ਦੀ ਜਿਹੜੀ ਸੰਗਤ ਹੈ ਦਰਬਾਰ ਸਾਹਿਬ ਦੀ, ਉਹ ਪ੍ਰਸ਼ਾਦਾ ਪਹੁੰਚਾ ਰਹੀ ਸੀ। ਹਾਂਜੀ ਹਾਂਜੀ, ਠੀਕ ਹੈ। ਤੇ ਲੰਗਰ 'ਚ ਵੀ ਚੱਲਦਾ ਹੋਏਗਾ, ਪਰ ਮੈਂ ਉਧਰ ਗਿਆ ਨਹੀਂ। ਜਿਉਂ ਗੋਲੀ ਸ਼ੁਰੂ ਹੋਈ ਮੈਂ ਨਹੀਂ ਕ੍ਰੋਸ ਨਹੀਂ ਕੀਤੀ ਲੰਗਰ ਦੀ ਪਰਿਕਰਮਾ, ਮੈਂ ਉਧਰ ਮਤਲਬ ਲੰਗਰ ਵਾਲੀ ਸਾਈਡ ਕ੍ਰੋਸ ਨਹੀਂ ਕੀਤੀ। ਮੈਂ ਗੁਰੂ ਰਾਮਦਾਸ ਸਰਾਂ ਦੇ ਵਿੱਚ ਹੀ ਰਿਹਾ ਜਾ। 4 ਤਰੀਕ ਨੂੰ ਜਦੋਂ ਹਮਲਾ ਹੁੰਦਾ ਹੈ, ਉਸ ਤੋਂ ਬਾਅਦ ਫਿਰ ਤੁਸੀਂ ਲੰਗਰ ਪਾਣੀ ਹੋ ਜਾਂਦਾ ਹੈ, ਉਸ ਤੋਂ ਬਾਅਦ ਤੁਹਾਡਾ ਕੀ ਰੁਟੀਨ ਰਹਿੰਦੀ ਹੈਗੀ ਹੈ? 4 ਤਰੀਕ ਨੂੰ ਮੈਂ ਬਸ ਇੱਥੇ ਸਰਾਂ ਦੇ ਵਿੱਚ ਹੀ ਵੇਂਦਾ ਰਿਹਾ ਵੀ ਇਹ ਗੋਲੀ ਮਤਲਬ ਚੱਲ ਰਹੀ ਹੈ, ਪਤਾ ਨਹੀਂ ਲੱਗ ਰਿਹਾ ਵੀ ਕਿੱਧਰ ਨੂੰ ਆ ਰਹੀ ਹੈ। ਤੇ ਉਹ ਦਹਿਸ਼ਤ ਜੀ ਵੀ ਮਤਲਬ ਇਹੋ ਜਿਹੇ ਹਾਲਾਤ ਸੀ ਵੀ ਮੈਨੂੰ ਰੋਟੀ ਵੀ ਨਹੀਂ ਲੰਘਦੀ, ਮਤਲਬ ਇਹਨਾਂ ਡਰ ਸੀ ਬਣ ਗਿਆ ਮਨ 'ਚ ਵੀ ਇਹ ਕੀ ਬਣ ਡਿਆ। ਤੁਸੀਂ ਉਸ ਟਾਈਮ ਦੇ ਵਿੱਚ ਹਰਮਿੰਦਰ ਸੰਧੂ ਨੂੰ ਮਿਲੇ? ਨਹੀਂ ਮਿਲਿਆ, ਮੁੜ ਕੇ 4 ਤੋਂ ਜੋ ਨਿਕੜਿਆ ਨਾ ਮੈਂ ਨਹੀਂ ਮਿਲਿਆ। 3 ਦੀ ਰਾਤ ਨੂੰ ਕਿ 4 ਦੀ ਸਵੇਰ? 4 ਦੀ ਸਵੇਰ ਤੋਂ ਬਾਅਦ। 3 ਦੀ ਰਾਤ ਨੂੰ ਤਾਂ ਆਪਾਂ ਮਿਲੇ ਹੀ, ਜਦੋਂ ਉਹਨੇ ਤੁਸੀਂ ਹਰਮਿੰਦਰ ਸੰਧੂ ਨਹੀਂ ਮਿਲਿਆ। 4 ਦੀ ਸਵੇਰ ਤੋਂ ਮੁੜ ਕੇ ਮੈਂ ਵਿਛੜ ਗਿਆ। ਜਿਵੇਂ ਮਤਲਬ ਇਹ ਵੀ ਜੇ ਇਧਰੋਂ ਗੋਲੀ ਆਈ ਤੇ ਦੂਜੇ ਬੰਨੇ ਲੁਕ ਜਾਓ, ਦੂਜੇ ਬੰਨੇ ਆਏ ਤੇ ਐਨ ਪਾਸੇ ਨੂੰ ਹੋ ਜਾਓ। ਬਸ ਇਹੋ ਹੀ ਆ ਵੀ ਆਪਣੇ ਬਚਾਅ ਜੇ 'ਚ ਹੀ ਰਿਹਾ। ਤੇ ਜਾਂ ਮੈਂ ਦੇਖਦਾ ਰਿਹਾ, ਜਿਵੇਂ ਸਾਹਮਣੇ ਟੈਂਕੀ ਸੀ ਗੁਰੂ ਰਾਮਦਾਸ ਸਰਾਂ ਦੇ ਵਿੱਚ, ਉੱਥੇ ਲਗਾਤਾਰ ਗੋਲੇ ਵੱਜ ਰਹੇ ਸੀ ਤੇ ਉਹ ਦੇਖਦਾ ਰਿਹਾ। ਜਦੋਂ ਟੁੱਟ ਗਈ ਹੈ ਤੇ 4 ਤਰੀਕ ਨੂੰ 4 ਬੰਦੇ ਮਰੇ ਵੀ ਹੈ, ਜਿਨ੍ਹਾਂ ਦੇ ਸੰਸਕਾਰ ਗੁਰੂ ਰਾਮਦਾਸ ਸਰਾਂ ਦੇ ਵਿੱਚ ਹੋਏ ਨੇ, ਉਹ ਮੈਂ ਅੱਖੀਂ ਦੇਖੇ। ਹਾਂਜੀ, 4 ਤਰੀਕ ਨੂੰ ਹੀ ਸੰਸਕਾਰ? ਨਾ, ਪਹਿਲੀ ਤਰੀਕ ਨੂੰ। ਪਹਿਲੀ ਨੂੰ ਜਿਹੜੇ ਮਰੇ ਨਾ, ਉਹਨਾਂ ਦਾ ਵੀ ਮੈਂ ਸੰਸਕਾਰ ਜਿਹੜਾ ਉਹ ਇੱਥੇ ਦੇਖਿਆ। ਉਹ ਕਿੱਥੇ ਮਰੇ ਸੀਗੇ, ਕਿੱਥੇ ਸ਼ਹੀਦ ਹੋਏ ਸੀ? ਇਹ ਨਹੀਂ ਪਤਾ ਕਿੱਥੋਂ ਸਾਰੇ ਪਾਸਿਓਂ ਤੋਂ ਫੜ ਕੇ ਲਿਆ ਕੇ ਤੇ ਇੱਥੇ 4 ਸੰਸਕਾਰ ਕੀਤੇ 1 ਜੂਨ ਨੂੰ ਜਿਹੜੇ। ਹਾਂਜੀ, ਠੀਕ ਹੈ। ਤੇ ਮੁੜ ਕੇ 4 ਤਰੀਕ ਨੂੰ ਜਦੋਂ ਟੈਂਕੀ ਤੇ ਫਾਇਰ ਕਰਦੇ ਉਹ ਪਾਣੀ ਜਦੋਂ ਫਿਰ ਟੁੱਟ ਗਈ ਹੈ ਟੈਂਕੀ, ਉਹ ਸਾਰਾ ਪਾਣੀ ਜਿਹੜਾ ਗੁਰੂ ਰਾਮਦਾਸ ਸਰਾਂ ਦੇ ਵਿੱਚ ਨੀਵਾਂ ਥਾਂ ਸੀ, ਉੱਥੇ ਇਕੱਠਾ ਹੋ ਗਿਆ। ਤੋ ਮਤਲਬ ਮੌਜੂਦ ਸੀ ਉੱਥੇ? ਹਾਂਜੀ, ਸਰਾਂ ਤੇ ਬਹੁਤ ਭਰੀ ਸੀ। ਗੁਰੂ ਰਾਮਦਾਸ ਸਰਾਂ ਦੇ ਕਮਰੇ ਜਿਹੜੇ ਉਹ ਬੜੇ ਭਰੇ ਹੋਏ ਸੀ। ਤੇ 4 ਤਰੀਕ ਨੂੰ ਮੈਂ ਤਾਂ ਜਿੱਥੇ ਅਲਮਾਰੀਆਂ ਵਗੈਰਾ ਇਸ਼ੂ ਕਰਦੇ ਨੇ, ਮੈਂ ਉੱਥੇ ਆਟੇ ਵਾਲੀਆਂ ਬੋਰੀਆਂ ਲੱਗੀਆਂ ਸੀ। ਮੈਂ ਤਾਂ ਫਿਰ ਉਧਰ ਜ਼ਿਆਦਾ ਰਾਤ ਨੂੰ ਜਿਹੜਾ ਉੱਥੇ ਆਣ ਵੜਨਾ। 4 ਨੂੰ ਵੀ 5 ਦੀ ਰਾਤ ਨੂੰ ਜਾ ਕੇ ਮੁੜ ਕੇ ਫੌਜ ਅੰਦਰ ਆਈ ਹੈ ਤੇ ਉਦੋਂ ਵੀ ਅਸੀਂ ਉੱਥੇ ਲੁਕ ਗਏ ਆ। ਤੇ ਸਾਡੇ ਵਾਲੀ ਸਾਈਡ ਤੇ ਜਿਹੜਾ ਉਹ ਫੌਜ ਆਈ ਹੈ, ਜਦੋਂ ਉਹਨਾਂ ਗ੍ਰਨੇਡ ਸੁੱਟਿਆ ਸਾਡੇ, ਮੇਰੇ ਲਾਗੇ 1-2 ਬਜ਼ੁਰਗ ਚੜਾਈ ਕਰ ਗਏ ਜਿਨ੍ਹਾਂ ਨੂੰ ਗ੍ਰੇਡ ਵੱਜਾ ਗ੍ਰਨੇਡ। ਮੈਂ ਥੋੜਾ ਜਿਹਾ ਬੋਰੀਆਂ ਦੀਆਂ ਵਿੱਥ ਜੀ 'ਚ ਵੜ ਗਿਆ ਤੇ ਉਹ ਮੇਰੇ ਸਿਰਫ ਇੱਕ ਕੈਂਕਰ ਜੀ ਲੱਗੀ ਆ ਅਰਕ ਤੇ, ਹੋਰ ਕੁਛ ਨਹੀਂ ਹੋਇਆ। ਨਾਲ 2-3 ਹੋਰ ਹੈਗੇ ਸੀ। ਤੇ ਰਾਤ ਜਿਹੜਾ ਹਾਲਾਤ ਸੀ ਨਾ, ਉਹ ਬਹੁਤ ਗਰਮੀ ਸੀ ਤੇ ਇੰਨਾ ਮੁੜਕਾ ਆਉਂਦਾ ਸੀ ਤੇ ਪਾਣੀ ਜਿਹੜਾ ਮੂੰਹ ਸੁੱਕਦਾ ਸੀ, ਪਿਆਸ, ਪਾਣੀ ਨਹੀਂ ਹੈਗਾ ਪੀਣ ਨੂੰ। ਉਹ ਫਿਰ ਮੇਰੇ ਲਾਗੇ ਹੋਰ ਕੋਈ ਸਿੰਘ ਹੈਗੇ, ਉਹਦੇ ਕੋਲ ਗੰਢਾ ਹੈ, ਉਹ ਗੰਢਾ ਥੋੜਾ ਜਿਹਾ ਤੋੜ ਉਹਨੇ ਦੇਣਾ, ਜਿਹੜਾ ਮਤਲਬ ਲਾਗੇ ਜਿਹੜੇ 2-3 ਜਾਣੇ ਆਪਾਂ ਨੂੰ ਸਾਰਿਆਂ ਨੂੰ, ਤੇ ਇਹਨੂੰ ਚੂਸੋ, ਗੰਢਾ ਮੂੰਹ 'ਚ ਚੂਸੀ ਜਾਣਾ, ਜਿਹਦੇ ਨਾਲ ਥੋੜਾ ਜਿਹਾ ਜਿਹੜਾ ਮੂੰਹ ਸੁੱਕਦਾ ਹੈ ਉਹ। ਤੇ ਏਦਾਂ ਕਰਕੇ ਜਿਹੜੀ ਉਹ ਟਾਈਮ ਪਾਸ ਹੋਇਆ। ਤੇ ਜਦੋਂ ਅਸੀਂ ਇਹ 4 ਤਰੀਕ ਦੀ ਰਾਤ ਦੀ ਗੱਲ ਹੈ, ਮੁੜ ਕੇ 5 ਤਰੀਕ ਨੂੰ ਜਦੋਂ ਆਈਆਂ, ਇਹ 5 ਨੂੰ ਉਹਨਾਂ ਨੇ ਸੁੱਟਿਆ ਗੋਲੇ ਵਗੈਰਾ। ਤੇ ਮਤਲਬ ਉਦੋਂ ਹਾਲਾਤ ਇਹ ਵੀ ਚੀਕਾਂ, ਗੁਰੂ ਰਾਮਦਾਸ ਸਰਾਂ ਦੇ ਵਿੱਚ ਚੀਕਾਂ ਵੱਜਦੀਆਂ ਸੀ, ਮਤਲਬ 4 ਚੁਫੇਰੇ। ਤੇ ਇੰਨੀ ਕੁ ਦਹਿਸ਼ਤ ਸੀ ਹਰ ਕਮਰੇ 'ਚ। ਮਤਲਬ ਉਹਨਾਂ ਨੇ ਭੰਨ ਸ਼ੀਸ਼ੇ ਤੇ ਉਹਦੇ ਵਿੱਚ ਗਰਨੇਡ ਸੁੱਟੇ,
ਕਿੰਨੇ ਕਿੰਨੇ ਨੌਜਵਾਨ ਦੱਸ ਮਤਲਬ ਪਤਾ ਲੱਗਦਾ ਵੀ ਕਮਰਿਆਂ ਦੇ ਵਿੱਚ ਸੀ, ਧੂਆਂ ਨਿਕਲ ਰਿਹਾ ਸੀ ਕਮਰਿਆਂ 'ਚ। ਜਦੋਂ ਸਾਨੂੰ 5 ਤਰੀਕ ਨੂੰ ਅਸੀਂ ਦੇਖਿਆ ਸਾਰਾ, 5 ਨੂੰ ਵੀ ਦੇਖਦੇ ਰਹੇ ਤੇ ਰਾਤ ਨੂੰ 5 ਦੀ ਰਾਤ ਨੂੰ ਜਿਹੜੀਆਂ ਗੱਡੀਆਂ ਆਈਆਂ ਨੇ ਤੇ 6 ਨੂੰ ਮੁੜ ਕੇ ਫਿਰ ਅਸੀਂ ਗ੍ਰਿਫਤਾਰ ਹੋਏ ਹਾਂ। ਸਵੇਰੇ ਤਕਰੀਬਨ 7 ਵਜੇ ਗ੍ਰਿਫਤਾਰ ਹੋਏ ਹਾਂ। ਉਹ ਵੀ ਅਸੀਂ ਉਦੋਂ ਜਿਹੜਾ ਅਲਮਾਰੀਆਂ ਵਾਲਾ ਖਾਨਾ ਇਧਰੋਂ ਝਰਨੇ ਥਾਣੀ ਇੱਕ ਜਾਣੇ ਨੇ ਦੇਖਿਆ ਕਿ ਉਹਨਾਂ ਨੇ ਗ੍ਰਿਫਤਾਰ ਕਰਕੇ ਬਿਠਾਏ ਆ ਕੁਛ ਲੋਕ। ਫਿਰ ਅਸੀਂ 3-4 ਦਿਨ ਨਿਕਲੇ, 2-3 ਬੀਬੀਆਂ ਸੀ ਤੇ 2 ਕੀ ਬੰਦੇ, 2-3 ਹੀ ਆਪਣੇ ਬੰਦੇ ਸੀ। ਫੌਜ ਵੱਲੋਂ ਪਹਿਲਾਂ ਸੰਗਤ ਨੂੰ ਗ੍ਰੇਨੇਡਾਂ ਦੇ ਨਾਲ, ਗੋਲੀਆਂ ਦੇ ਨਾਲ ਮਾਰਿਆ ਗਿਆ। ਗ੍ਰਿਫਤਾਰ 6 ਤਰੀਕ ਨੂੰ ਕੀਤਾ ਗਿਆ। ਹਾਂਜੀ, 6 ਨੂੰ ਕੀਤਾ ਗਿਆ। ਜਿਹੜੀ ਉੱਥੇ ਸੰਗਤ ਮੌਜੂਦ ਸੀਗੀ, ਕੋਈ ਅੰਦਾਜ਼ਾ ਤੁਹਾਨੂੰ ਵੀ ਕਿੰਨੀ ਗਿਣਤੀ ਦੇ ਵਿੱਚ ਸੰਗਤ ਹੈ ਜਿਹੜੀ ਫੌਜ ਵੱਲੋਂ ਮਾਰ ਦਿੱਤੀ ਗਈ? ਫੌਜ ਵੱਲੋਂ ਤੇ ਮੇਰਾ ਖਿਆਲ ਗਿਣਤੀ ਕੋਈ ਨਹੀਂ। ਸਾਡੇ ਹੁੰਦਿਆਂ ਇੰਨੀਆਂ ਮਾਵਾਂ ਮਰੀਆਂ ਸੀ ਤੇ ਉਹਨਾਂ ਦੇ ਉੱਤੇ ਛੋਟੇ ਛੋਟੇ ਬੱਚੇ ਮਰੇ ਪਏ ਸੀ। ਕਈ ਬੱਚੇ ਉਹਨਾਂ ਨੇ ਚੁੱਕ ਚੁੱਕ ਕੰਧਾਂ ਨਾਲ ਮਾਰੇ, ਅਸੀਂ ਅੱਖੀ ਦੇਖਦੇ ਰਹੇ ਹਾਂ। ਤੇ ਉਦੋਂ ਉਸ ਵੇਲੇ ਦਾ ਸੀਨ ਇਹ ਚੇਤਾ ਆਉਂਦਾ ਜਿੱਦਾਂ ਮੀਰ ਮਨੂੰ ਦੀਆਂ ਅਸੀਂ ਸੁਣਦੇ ਹੁੰਦੇ ਹਾਂ ਕਹਾਣੀਆਂ ਵੀ ਮੀਰ ਮਨੂੰ ਨੇ ਵਾਢੀਆਂ ਲੱਖ ਪਾਈਆਂ। ਉਹ ਚੀਜ਼ਾਂ ਜਿਹੜੀਆਂ ਨਾ ਉਹ ਸਾਡੇ ਅੱਖੀ ਮਹਿਸੂਸ ਹੁੰਦਾ ਹੈ। ਸਾਨੂੰ ਇਹ ਛੋਟੇ ਹੁੰਦਿਆਂ ਦੇ ਚਲੋ ਬਜ਼ੁਰਗਾਂ ਨੇ ਸਾਨੂੰ ਦੱਸਣਾ ਤੇ ਉਹਦੀ ਉਹ ਮਿਸਾਲ ਜਿਹੜੀ ਉਹ ਸਾਹਮਣੇ ਦਿਖਦੀ ਸੀ ਵੀ ਆਹ ਕੁਝ ਹੋਇਆ। ਤੇ ਨਿੱਕੇ ਨਿੱਕੇ ਬੱਚੇ ਮਰੇ, ਮਾਵਾਂ ਮਰੀਆਂ ਪਈਆਂ ਤੇ ਬਹੁਤ ਬੁਰਾ ਹਾਲ ਸੀ। ਮੇਰੇ ਹੁੰਦਿਆਂ ਇੱਕ ਵਾਰੀ ਇੱਕ ਭੋਰਾ ਸਾਹਿਬ ਥੱਲੇ, ਭੋਰਾ ਸਾਹਿਬ ਦੇ ਵਿੱਚੋਂ ਘੱਟੋ ਘੱਟ 100-200 ਬੰਦਾ ਨਿਕਲਿਆ ਹੋਣਾ, ਜਿਹੜਾ ਉਹਨਾਂ ਨੇ ਥੱਲੇ ਬਿਠਾ ਕੇ ਗਰਨੇਡਾਂ ਨਾਲ ਮਾਰਤਾ। ਥੱਲੇ ਵੀ ਲਾਗੇ ਵੀ ਥੰਮਲਿਆਂ ਨਾਲ ਖਲੋਤੇ ਗੰਨਾਂ ਵਾਲੇ ਤੇ ਉੱਤੋਂ ਵੀ ਗਰਨੇਡ ਵੱਜਦੇ। ਉਹ ਸਾਡੇ ਵੇਂਹਦਾ ਹੀ ਉਹਨਾਂ ਨੇ ਸਾਨੂੰ, ਜਦੋਂ ਅਸੀਂ ਤੇ 3-4 ਜਾਣੇ, ਸਾਨੂੰ ਤੇ ਗ੍ਰਿਫਤਾਰ ਕਰਕੇ ਤੇ ਉਹਨਾਂ ਬਿਠਾ ਲਿਆ, ਲੀੜੇ ਲੂੜੇ ਲਵਾ ਲਏ, ਸਾਰਾ ਕੁਛ, ਕਿਰਪਾਨ ਸਾਰਾ ਕੁਛ ਲਵਾ ਲਿਆ ਸੀ। ਤੇ ਜਦੋਂ ਬਰਾਂਡੇ ਜਿਹੇ 'ਚ ਬਿਠਾ ਲਿਆ ਸਾਨੂੰ ਤੇ ਉਹ ਸਾਡੇ ਸਾਹਮਣੇ ਜਦੋਂ ਨਿਕਲਿਆ ਨਾ 100-200 ਬੰਦਾ, ਉਹ ਤੇ ਉਹਨਾਂ ਸਾਰਾ ਡਾਤਾ। ਮਿੰਟੋ ਮਿੰਟੀ ਕਿਸੇ ਦਾ ਸਿਰ ਉਧਰ ਗਿਆ, ਕਿਸੇ ਦੀ ਬਾਂਹ, ਕਿਸੇ ਦੀ ਲੱਤ, ਮਤਲਬ ਐ ਖਿਲਾਰ ਦਿੱਤੇ ਸਾਰੇ ਉਹਨਾਂ 100-200 ਜਿਹੜਾ ਮੌਕੇ ਤੇ ਸੀ। ਤੇ ਸਾਹਮਣੇ 4 ਚੁਫੇਰੇ ਜਿਵੇਂ ਖੂਨ ਹੀ ਖੂਨ ਸੀ। ਕੋਈ ਮਤਲਬ ਇਹ ਕੋਈ ਲੱਗਦਾ ਨਹੀਂ ਕੋਈ ਸਾਫ਼ ਜਗ੍ਹਾ ਹੋਵੇ। ਤੇ ਮਨ ਜਿਹੜਾ ਇੰਨਾ ਦਹਿਸ਼ਤ ਨਾਲ ਸੀ ਵੀ ਬਹੁਤੇ ਜਦੋਂ 100-150 ਬੰਦਾ, 100 ਕੁ ਹੋਊਗਾ ਜਾਂ 150 ਹੋਊਗਾ ਬੰਦਾ, ਉਹ ਫੜ ਕੇ ਜਿਹੜਾ ਬਰਾਂਡੇ 'ਚ ਬਿਠਾਇਆ ਸੀ, ਉਹਨਾਂ ਦੇ ਵਿੱਚ ਵੀ ਬੰਦੇ ਮਰੇ ਲੇਟੇ ਸੀ। ਬੈਠਿਆਂ ਦੇ ਵਿੱਚ ਬੰਦੇ ਮਰੇ ਪਏ ਸੀ। ਤੇ ਪਾਣੀ ਦਾ ਟੁੱਟ ਕੇ ਟੈਂਕੀ ਦਾ ਪਾਣੀ ਸਾਰਾ ਉੱਥੇ ਇਕੱਠਾ ਹੋਇਆ ਹੈ ਤੇ ਪਾਣੀ ਦੀ ਇੰਨੀ ਜ਼ਿਆਦਾ ਪਿਆ ਸੀ, ਇੰਨੀ ਗਰਮੀ ਸੀ ਕਿ ਉਹ ਪਾਣੀ ਜਿਹੜਾ ਨਾ ਮੁਰਦਿਆਂ ਵਾਲਾ, ਉਹ ਭਰ ਅਸੀਂ ਪੀਤਾ। ਕੌਲੇ ਹੋਰ ਕੋਈ ਪਾਣੀ ਦਾ ਇੰਤਜ਼ਾਮ ਨਹੀਂ ਹੈਗਾ। ਮੁੜ ਕੇ ਜਦੋਂ ਸ਼ਾਮ ਨੂੰ ਪੁਲਿਸ ਆਈ, ਪੰਜਾਬ ਪੁਲਿਸ ਆਈ ਸਾਨੂੰ ਖੜਨ ਵਾਸਤੇ, ਫੇਰ ਸਾਡੇ ਬੰਦਿਆਂ ਨੇ ਉਹਨਾਂ ਨੂੰ ਕਿਹਾ ਵੀ ਤੁਸੀਂ ਸਾਨੂੰ ਪਾਣੀ ਪਿਆਓ। ਲਾਸ਼ਾਂ ਚੁੱਕਣੀਆਂ ਸੀ, ਉਹਨਾਂ ਨੇ ਲਾਸ਼ਾਂ ਚੁੱਕਣ ਵਾਸਤੇ ਆਏ ਨੇ ਤੇ ਸਾਡੇ ਬੰਦੇ ਆਪ ਲਾਸ਼ਾਂ ਚੁੱਕਣ ਲੱਗੇ ਵੀ ਅਸੀਂ ਚੁੱਕੀ ਜਾਂਦੇ ਆ ਤੇ ਤੁਸੀਂ ਸਾਨੂੰ ਪਾਣੀ ਪਿਆਓ। ਪੰਜਾਬ ਪੁਲਿਸ ਹੀ ਉਹ ਟੱਪ ਭਰ ਕੇ ਲਈ ਆਉਂਦੇ ਸੀ ਤੇ ਆਉਂਦਿਆਂ ਸਾਰ ਪਾਣੀ ਖਤਮ ਹੋ ਜਾਂਦਾ। ਜਿੰਨਾ ਟੱਪ ਲਿਆਉਂਦੇ ਫਿਰ ਮੁੱਕ ਜਾਂਦਾ। ਇੰਨੀ ਪਿਆਸ ਸੀ ਲੋਕਾਂ ਨੂੰ, ਇੰਨੀ ਜ਼ਿਆਦਾ ਗਰਮੀ ਸੀ। ਜਿਹੜੇ ਬੰਦੇ ਫੌਜ ਵੱਲੋਂ ਮਾਰੇ ਗਏ, ਤੁਸੀਂ ਕਹਿੰਦੇ ਹੋ ਭੋਰੇ ਦੇ ਵਿੱਚੋਂ ਬੰਦੇ ਜਿਹੜੇ ਬੜੇ ਮਾਰੇ ਗਏ, ਕਮਰਿਆਂ ਦੇ ਵਿੱਚ ਗ੍ਰੇਨੇਡ ਸੁੱਟੇ ਗਏ ਫੌਜ ਵੱਲੋਂ, ਉੱਥੇ ਮਾਰ ਦਿੱਤੇ ਗਏ। ਕਈ ਜਿਹੜੀਆਂ ਮਾਵਾਂ ਮਾਰ ਦਿੱਤੀਆਂ ਗਈਆਂ, ਉਹਨਾਂ ਦੇ ਨਾਲ ਛੋਟੇ ਬੱਚੇ ਤੁਸੀਂ ਕਹਿੰਦੇ ਹੋ ਉਹਨਾਂ ਨੂੰ ਕੰਧਾਂ ਦੇ ਵਿੱਚ ਪਟਕਾ ਮਾਰਿਆ ਗਿਆ। ਕੀ ਉਹਨਾਂ ਦਾ ਸੰਬੰਧ ਹਥਿਆਰਬੰਦ ਖੜਕੂਆਂ ਦੇ ਨਾਲ ਸੀ ਜਿਹੜੇ ਮਾਰੇ ਗਏ? ਨਹੀਂ, ਉਹਨਾਂ ਦਾ ਵਿਚਾਰਿਆਂ ਦਾ ਕੋਈ ਦੋਸ਼ ਨਹੀਂ ਹੈਗਾ। ਇਹ ਤਾਂ ਬੇਦੋਸ਼ੇ ਮਾਰੇ ਗਏ, ਇਹਨਾਂ ਦਾ ਕੋਈ ਦੋਸ਼ ਨਹੀਂ। ਤੇ ਕਿਉਂਕਿ ਗੁਰਪੁਰਬ ਹੋਣ ਕਰਕੇ ਸੰਗਤ ਆਈ ਵੀ ਬਹੁਤ ਸੀ, ਸਰਾਂਤ ਭਰੀ ਪਈ ਸੀ ਸਾਰੀ। ਤੇ ਜਦੋਂ ਅਸੀਂ ਸਾਹਮਣੇ ਦੇਖ ਰਹੇ ਹਾਂ, ਹਰ ਕਮਰੇ ਦੇ ਵਿੱਚ ਧੂੰਆਂ ਹੀ ਨਿਕਲ ਰਿਹਾ ਸੀ, ਅੱਗਾਂ ਲੱਗੀਆਂ ਹੋਈਆਂ ਸੀ ਤੇ ਧੂੰਆਂ ਨਿਕਲ ਰਿਹਾ ਸੀ ਸਾਰੀ। ਕਿਉਂਕਿ ਜਦੋਂ ਰਾਤ ਫੌਜ ਆਈ ਉਦੋਂ ਬਹੁਤ ਚੀਕਾਂ ਵੱਜੀਆਂ। ਰਾਤ ਫਿਰ ਉਹਨਾਂ ਨੇ ਬੂਹੇ ਭੰਨ ਕੇ, ਖਿੜਕੀਆਂ ਭੰਨ ਕੇ ਅੰਦਰ ਗੋਲੀਆਂ ਚਲਾਈਆਂ ਜਾਂ ਗ੍ਰਨੇਡ ਮਾਰੇ। ਮਤਲਬ ਬਹੁਤ ਬੁਰਾ ਹਾਲ ਕਰਤਾ ਇੱਕ ਵਾਰੀ। ਤੁਸੀਂ ਇਸ ਲਈ ਕਿਸ ਨੂੰ ਦੋਸ਼ੀ ਮੰਨਦੇ ਹੋ? ਇਸ 'ਚ ਸਰਕਾਰ ਹੀ ਹੈ, ਸੈਂਟਰ ਸਰਕਾਰ ਵਿੱਚ ਦੋਸ਼ੀ ਹੈ। ਇਹ 'ਚ ਕੋਈ ਸ਼ੱਕ ਵਾਲੀ ਗੱਲ ਹੀ ਨਹੀਂ ਹੈਗੀ, ਕਿਉਂਕਿ ਸਾਰਾ ਕੁਝ ਉਹਨਾਂ ਦਾ ਹੈ। ਫੌਜ ਵੀ ਉਹਨਾਂ ਦੀ ਸੀ, ਟੈਂਕ ਵੀ ਉਹਨਾਂ ਦੇ, ਹਰ ਚੀਜ਼ ਉਹਨਾਂ ਦੀ ਆਈ ਅੰਦਰ। 4 ਚੁਫੇਰੇ ਗੋਲੀ ਚਲਾਈ, ਸੈਂਟਰ ਸਰਕਾਰ ਦੋਸ਼ੀ ਹੈ। ਕਿਉਂਕਿ ਜੰਗ ਦਾ ਵੀ ਅਸੀਂ ਇੱਕ ਨਿਯਮ ਦੇਖਦੇ ਹਾਂ ਵੀ ਸਾਹਮਣੇ ਵਾਲਾ ਜਿਹਦੇ ਕੋਲੇ ਹਥਿਆਰ ਹੈ, ਜਿਹੜਾ ਜੰਗ ਲੜ ਰਿਹਾ ਹੈ, ਵੀ ਉਹਦੇ ਨਾਲ ਹੀ ਹੈ ਜਿਹੜੀ ਜੰਗ ਹੁੰਦੀ ਹੈ, ਬਜਾਏ ਕਿ ਜਿਹੜੇ ਉੱਥੇ ਆਮ ਲੋਕ ਨੇ, ਚਲੋ ਜਿਹੜੇ ਉਹਨਾਂ ਨਾਲ ਅਜਿਹਾ ਵਿਵਹਾਰ ਹੈ ਜਿਹੜਾ ਬਿਲਕੁਲ ਨਹੀਂ ਕੀਤਾ ਜਾਂਦਾ ਜੰਗ ਵਾਲਾ। ਬਿਲਕੁਲ ਇਸ ਜੰਗ ਦੇ ਵਿੱਚ ਬਿਲਕੁਲ ਉਲਟ ਸੀਗਾ ਕਿ ਨਿਰਦੋਸ਼ੀਆਂ ਨੂੰ, ਬੇਦੋਸ਼ੀਆਂ ਨੂੰ ਜਿਹੜਾ ਮਾਰਿਆ ਜਾ ਰਿਹਾ। ਬਿਲਕੁਲ, ਇਹ ਤਾਂ ਦੇਖਿਆ ਹੀ ਨਹੀਂ ਨਾ, ਕਿ ਇਹ ਤਾਂ ਦੇਖਿਆ ਹੀ ਨਹੀਂ ਕਿਸੇ ਨੇ ਵੀ ਮਤਲਬ ਦੋਸ਼ੀ ਕਿਹੜਾ ਹੈ।
ਤੇ ਵਿਦੋਸ਼ਾ ਕਿਹੜਾ ਹੈ, ਵਿਦੋਸ਼ੇ ਜਿਹੜਾ ਆਇਆ ਉਹਨਾਂ ਕੋਈ ਮਤਲਬ ਛੱਡਿਆ ਨਹੀਂ। ਇਹ ਤਾਂ ਜੇ ਕੋਈ ਬਚ ਗਿਆ ਤਾਂ ਉਹਦੀ ਕਿਸਮਤ ਹੈ, ਪਰਮਾਤਮਾ ਵੱਲੋਂ ਜੇ ਉਹਦੀ ਵਧੀਆ ਤਾਂ ਬਚ ਗਿਆ, ਨਹੀਂ ਤਾਂ ਉਹਨਾਂ ਵਰਨਾ ਕਿਸੇ ਬੰਦੇ ਦਾ ਲਿਹਾਜ਼ ਨਹੀਂ ਕੀਤਾ, ਨਾ ਉਹਨਾਂ ਬੁੱਢਾ ਵੇਖਿਆ ਨਾ ਉਹਨਾਂ ਬੱਚਾ ਦੇਖਿਆ ਫੌਜ ਨੇ। ਬਹੁਤ ਤੋਂ ਬਾਅਦ ਕੀ ਹੁੰਦਾ ਜਦੋਂ ਪੁਲਿਸ ਆ ਜਾਂਦੀ ਹੈਗੀ ਹੈ? ਫਿਰ ਸ਼ਾਮ ਨੂੰ ਸਾਨੂੰ ਜਦੋਂ ਸਾਰੀਆਂ ਲਾਸ਼ਾਂ ਚੁੱਕ ਲੈਂਦੇ ਆ ਫਿਰ ਉਹਨਾਂ ਸਾਨੂੰ ਗ੍ਰਿਫਤਾਰ ਕੀਤਾ, ਇੱਥੋਂ ਖੜਿਆ ਵਾ ਬੱਸਾਂ ਦੇ ਵਿੱਚ। ਪੰਜਾਬ ਪੁਲਿਸ ਨੇ ਕਿ ਫੌਜ ਨੇ? ਨਹੀਂ, ਫੌਜ ਨੇ ਖੜਿਆ। ਪੰਜਾਬ ਪੁਲਿਸ ਸਿਰਫ ਲਾਸ਼ਾਂ ਚੁੱਕਣ ਤੱਕ ਸੀਮਿਤ ਰਹੀ ਹੈ। ਤੇ ਜਦੋਂ ਸਾਨੂੰ ਖੜਨ ਲੱਗੇ ਫਿਰ ਦੋਵੇਂ ਪਾਸੇ ਫੌਜ ਖਲੋਤੀ ਸੀ, ਵਿੱਚ ਦੀ ਕੱਢਦੇ ਸੀ। ਉਹ ਜਦੋਂ ਵਿੱਚ ਦੀ ਕੱਢਦੇ ਸੀ ਫਿਰ ਉਹ ਬੱਟ ਮਾਰਦੇ ਸੀ। ਉਹਨਾਂ ਇਹ ਨਹੀਂ ਵੇਖਿਆ ਵੀ ਇਹ ਬੱਚਾ ਆ, ਇਹ ਬੁੱਢਾ ਆ, ਇਹ ਮਤਲਬ ਨੌਜਵਾਨ ਆ। ਉਹਨਾਂ ਦੇ ਬਸ ਆਪਣਾ ਇੰਨੇ ਕੁ ਸਤੇ ਜਾਂ ਗਰਮ ਸੀ ਉਹ ਬੰਦੇ ਵੀ ਉਹਨਾਂ ਨੂੰ ਇਹ ਸੀ ਵੀ ਲੈ ਲਿਆ ਖਾਲਿਸਤਾਨ, ਨਾਲੇ ਮਾਰਨਾ ਬੱਟ ਕਹਾਂ ਹੈ ਬਿੰਡਰੀ ਵਾਲਾ। ਮਤਲਬ ਇਹੋ ਜਿਹੀਆਂ ਚੀਜ਼ਾਂ ਦੇ ਜਿਹੜਾ ਉਹ ਜ਼ਿਆਦਾ ਮਤਲਬ ਪੈਂਦੇ ਸੀ, ਪੁੱਛਦੇ ਸੀ। ਫੌਜ ਜਦੋਂ ਤੁਹਾਨੂੰ ਲੈ ਜਾਂਦੀ ਹੈ ਟਰੱਕ ਦੇ ਵਿੱਚ ਬਿਠਾ ਕੇ ਤਾਂ ਕਿੱਥੇ ਲੈ ਕੇ ਜਾਂਦੀ? ਬੱਸਾਂ ਦੇ ਵਿੱਚ ਉਹਨਾਂ ਖੜਿਆ ਤੇ ਬੱਸ ਦੇ ਵਿੱਚ 50 ਸਵਾਰੀਆਂ ਨਾ, ਉੱਥੇ ਮੇਰੇ ਖਿਆਲ 108 109 ਇਹਨਾਂ ਸਵਾਰੀਆਂ ਵਾੜਦੇ ਸੀ। ਤੇ ਉਹਦੇ ਚ ਬੱਸ ਚ ਬੁਰਾ ਹਾਲ ਸੀ ਵੀ ਮੁੜਕੀ ਸਾਰਾ ਉੱਤੋਂ ਥੱਲੇ ਤੱਕ ਅਸੀਂ ਭਿੱਜੇ ਹੋਏ ਹਾਂ ਤੇ ਸਾਹ ਲੈਣਾ ਵੀ ਬੜਾ ਔਖਾ ਸੀ। ਉਹ ਫਿਰ ਖੜ ਕੇ ਤੇ ਇੱਕ ਸਕੂਲ ਜੇ ਦੇ ਵਿੱਚ ਉਹਨਾਂ ਸਾਨੂੰ ਖੜਿਆ ਤੇ ਸਕੂਲ ਦੇ ਵਿੱਚ ਮਤਲਬ ਉੱਥੇ ਜਾ ਕੇ ਅਗਲੇ ਦਿਨ ਮੈਨੂੰ ਹਰਵਿੰਦਰ ਸੰਧੂ ਮਿਲੇ ਨੇ, ਉੱਥੇ ਜਾ ਕੇ ਮਿਲੇ ਨੇ। ਉਹਨਾਂ ਨੇ ਮੈਨੂੰ ਆਣ ਕੇ ਕਿਹਾ, ਇਹ ਸਕੂਲ ਸੀ ਜਿਹੜਾ ਫੌਜ ਦਾ ਫੌਜੀ ਕੈਂਪਾਂ ਦੇ ਵਿੱਚ ਜੋ ਕੋਈ, ਹਾਂਜੀ ਅੰਮ੍ਰਿਤਸਰ ਦੇ ਵਿੱਚ। ਉੱਥੇ ਫਿਰ ਮੈਨੂੰ ਹਰਵਿੰਦਰ ਸੰਧੂ ਮਿਲੇ ਆ ਤੇ ਮੈਨੂੰ ਕਹਿ ਕੇ ਆਏ ਆ, ਮੈਨੂੰ ਲੱਭ ਕੇ। ਫਿਰ ਉਹਨਾਂ ਮੈਨੂੰ ਕਿਹਾ ਵੀ ਗੁਰਮੀਤ ਇੱਥੇ ਇਹ ਖਿਆਲ ਰੱਖੀ ਵੀ ਮੇਰਾ ਨਾਂ ਨਾ ਲਈ, ਕੁੱਟ ਬਹੁਤ ਪੈਣੀ ਹੈ ਤੈਨੂੰ। ਤੇ ਮੈਂ ਕਿਹਾ ਵੀਰ ਜੀ ਠੀਕ ਹੈ, ਮੈਨੂੰ ਨਹੀਂ ਪਤਾ, ਠੀਕ ਹੈ ਮੈਂ ਨਹੀਂ ਲੈਂਦਾ। ਪਰ ਕਾਰਨ ਇਹ ਵੀ ਮੁੜ ਕੇ ਜਦੋਂ ਉੱਥੇ ਫਿਰ ਫੌਜ ਨੇ ਇਨਕੁਆਇਰੀ ਸ਼ੁਰੂ ਕੀਤੀ, ਪਹਿਲਾਂ ਸਕੂਲ ਦੇ ਵਿੱਚ ਵੀ ਥੋੜੀ ਸ਼ੁਰੂ ਕੀਤੀ ਸੀ, ਮੁੜ ਕੇ ਹੌਲੀ ਹੌਲੀ ਉਹਨਾਂ ਇੱਕ ਹੋਰ ਜਿਹੜਾ ਕੈਂਪ ਫੌਜੀ ਹੈਗਾ ਸੀ, ਜਿਹੜੀਆਂ ਫੌਜੀ ਛਾਉਣੀਆਂ ਉਹਦੇ ਚ ਸ਼ਿਫਟ ਕਰਤਾ। ਉੱਥੇ ਸਕੂਲ ਦੇ ਵਿੱਚ ਜਿਹੜਾ ਕੈਂਪ ਲਾਇਆ ਗਿਆ ਉੱਥੇ ਕਿੰਨੀ ਦੇਰ ਰੱਖਿਆ ਗਿਆ ਤੁਹਾਨੂੰ? ਉੱਥੇ ਤਕਰੀਬਨ ਮਹੀਨਾ ਡੇਢ ਮਹੀਨਾ ਰਹੇ ਉੱਥੇ ਸਕੂਲ ਦੇ ਵਿੱਚ। ਅੱਛਾ, ਕੀ ਪੁੱਛ ਪੜਤਾਲ ਹੁੰਦੀ ਸੀਗੀ? ਪੁੱਛ ਪੜਤਾਲ ਇਹੋ ਹੀ ਪੁੱਛਦੇ ਵੀ ਕਿੱਥੇ ਕਿੱਥੇ ਮੋਰਚੇ ਨੇ, ਕਿੱਥੇ ਸੰਤ ਜਰਨੈਲ ਸਿੰਘ ਨੂੰ ਜਾਣਦੇ ਹੋ ਭਿੰਡਰਾਲੇ ਨੂੰ? ਜੇ ਜਾਣਦੇ ਆ ਤੇ ਤਾਂ ਵੀ ਕੁੱਟ ਪੈਂਦੀ, ਜੇ ਤੁਸੀਂ ਆਂਦੇ ਵੀ ਜਾਣਦੇ ਨਹੀਂ ਤੂੰ ਆਂਦੇ ਵੀ ਤੁਸੀਂ ਆਏ ਤੇ ਜਾਣਦੇ ਕਿਉਂ ਨਹੀਂ, ਤਾਂ ਵੀ ਕੁੱਟ ਪੈਂਦੀ। ਅੰਮ੍ਰਿਤ ਛਕਿਆ ਤੇ ਤਾਂ ਵੀ ਕੁੱਟ ਪੈਂਦੀ, ਜੇ ਨਹੀਂ ਛਕਿਆ ਤੇ ਕਿਉਂ ਨਹੀਂ ਛਕਿਆ, ਤੁਸੀਂ ਇੱਥੇ ਆਏ ਤਾਂ ਵੀ ਕੁੱਟ ਪੈਂਦੀ। ਮਤਲਬ ਹਰ ਚੀਜ਼ ਤੋਂ ਹਰ ਪਾਸੇ ਤੋਂ ਟਾਰਚਰ ਕਰਦੇ। ਜੇ ਰੋਟੀ ਜੇ ਖਾਣਾ ਖਵਾਉਣਾ ਫੌਜ ਨੇ ਤਾਂ ਦੋਵੇਂ ਪਾਸੇ ਇਧਰ ਕੁੱਤੇ ਖਵੜ ਕੇ ਖਲੋ ਜਾਣਾ, ਇਧਰੋਂ ਵੀ ਤੇ ਇਧਰੋਂ ਵਿੱਚ ਘਾਂ ਦੀ ਨਿਗਾਉਣਾ। ਉਹ ਕਈਆਂ ਦੇ ਕੱਪੜੇ ਪਾੜਦੇ, ਕੁੱਤੇ ਪੈਂਦੇ ਤੇ ਬਹੁਤ ਟੌਰਚਰ ਕਰਦੇ। ਜੇ ਮੰਨ ਲਓ ਸਬਜੀ ਕੋਈ ਕਿਸੇ ਬੰਦੇ ਨੇ ਕੋਈ ਮੰਨ ਲਓ ਪੱਕੀ ਸਬਜੀ ਦਾ ਕੋਈ ਦਾਣਾ ਕੱਢ ਕੇ ट्रे थाली चो बाहर रखता, उन्होंने आखना बहन चुद साले अभी उठा इसको खाओ, अभी नीचे को रखा है इसको। ये हालात सी। बीबियां भी नाल सीगियां उत्ते? बीबियां मैं नहीं देखियां। ਤੁਸੀਂ ਜਦੋਂ ਇੱਥੇ ਗੁਰੂ ਰਾਮਦਾਸ ਸਰਾਂ ਦੇ ਵਿੱਚ ਜਿੰਨੇ ਬੰਦੇ ਬਚ ਗਏ ਸੀ ਉਹਨਾਂ ਦੀ ਗਿਣਤੀ ਕਿੰਨੀ ਸੀਗੀ? ਆਮ ਤਕਰੀਬਨ 100-150 ਹੋਏਗਾ ਜਿਹੜਾ ਬਰਾਂਡੇ ਦੇ ਵਿੱਚ ਬੈਠਾ ਦੇਖਿਆ ਮੈਂ, ਬਸ ਜ਼ਿਆਦਾ ਨਹੀਂ। ਉਹ ਸਾਰਾ 100-150 ਦਾ ਉੱਥੇ ਹੀ ਸੀਗਾ ਸਕੂਲ ਦੇ ਵਿੱਚ, ਮਿਲਟਰੀ ਸਕੂਲ ਦੇ ਵਿੱਚ? ਹਾਂਜੀ। ਕੀ ਪੁੱਛ ਪੜਤਾਲ ਹੁੰਦੀ ਸੀਗੀ ਫਿਰ? ਇਨਕੁਆਇਰੀ ਕੀ ਹੁੰਦੀ ਸੀ ਤੁਹਾਡੇ ਤੋਂ? ਇਨਕੁਆਇਰੀ ਤੇ ਇਹੋ ਹੀ ਪੁੱਛਦੇ ਰਹੇ ਨੇ ਵੀ ਕਿੱਥੇ ਕਿੱਥੇ ਮੋਰਚੇ ਸੀ, ਜਾਂ ਤੁਸੀਂ ਗਨ ਚਲਾਉਂਦੇ, ਹੱਥ ਚੈੱਕ ਕਰਦੇ ਵੀ ਤੁਸੀਂ ਕੋਈ ਗਨ ਚਲਾਈ ਹੈ ਜਾਂ ਕੋਈ ਸੀਗਾ ਖਾਟੂ ਸਿੰਘ ਤੁਹਾਡੇ ਨਾਲ? ਨਹੀਂ, ਮੇਰੇ ਨਾਲ ਨਹੀਂ ਕੋਈ। 100-150 ਦੇ ਵਿੱਚ? ਨਹੀਂ, ਮੈਨੂੰ ਨੌਲੇਜ ਹੀ ਨਹੀਂ ਬਹੁਤੀ, ਜ਼ਿਆਦਾ ਇਨੋਸੈਂਟ ਚ ਰਿਹਾ, ਮੈਨੂੰ ਕੁਛ ਨਹੀਂ ਪਤਾ। ਠੀਕ ਹੈ। ਪਹਿਲੀ ਵਾਰੀ ਜਾਣ ਕਰਕੇ ਨਾ, ਪਹਿਲੀ ਵਾਰੀ ਦਰਬਾਰ ਸਾਹਿਬ ਆਇਆ, ਪਹਿਲੀ ਵਾਰੀ ਮੈਨੂੰ ਪਤਾ ਹੀ ਨਹੀਂ ਸੀ ਕੁਛ ਵੀ, ਨਾ ਮੈਨੂੰ ਰਸਤੇ ਨਿਕਲਣ ਦਾ ਪਤਾ ਸੀ। ਜੇ ਕੋਈ ਹੋਰ 10 ਦਿਨ ਮਹੀਨਾ ਮੈਨੂੰ ਮੌਕਾ ਮਿਲ ਜਾਂਦਾ ਫਿਰ ਮੈਂ ਜ਼ਰੂਰ ਟ੍ਰੇਨਡ ਹੋ ਜਾਂਦਾ, ਫਿਰ ਮੈਂ 4 ਚੁਫੇਰੇ ਨਿਕਲ ਕੇ ਵੇਖਿਆ ਹੁੰਦਾ ਤੇ ਫਿਰ ਹਾਲਾਤ ਕੁਛ ਹੋਰ ਹੋਣ ਦੇ, ਇਹ ਹੋ ਸਕਦਾ ਸੀ, ਪਰ ਮੈਨੂੰ ਨਹੀਂ ਕੁਛ ਵੀ ਪਤਾ। ਉਸ ਤੋਂ ਬਾਅਦ ਕੀ ਹੁੰਦਾ? ਫੌਜ ਮਹੀਨਾ ਤੁਹਾਨੂੰ ਉੱਥੇ ਰੱਖਦੀ ਹੈ, ਫਿਰ ਸਾਨੂੰ ਉਹਨੇ ਕੈਂਪ 'ਚ, ਇੱਕ ਫੌਜੀ ਕੈਂਪ 'ਚ ਸ਼ਿਫਟ ਕਰਤਾ। 1 ਮਹੀਨਾ ਸਵਾ ਮਹੀਨਾ ਉੱਥੇ ਰਹੇ ਆ, ਉਸ ਤੋਂ ਬਾਅਦ ਫਿਰ ਇੱਕ ਹੋਰ ਕੈਂਪ 'ਚ ਸ਼ਿਫਟ ਕੀਤਾ, ਉੱਥੇ ਵੀ ਮਹੀਨਾ ਡੇਢ ਮਹੀਨਾ ਏਦਾਂ ਲੱਗਾ ਹੈ। ਤੇ ਇੱਥੇ ਸੀ ਪਤਾ ਥੋੜਾ ਲੱਗਣ ਦਿੰਦੇ, ਉਹ ਇੰਨੀ ਜਾਣਕਾਰੀ ਨਹੀਂ ਸੀ ਹੈਗੀ ਮੈਨੂੰ। ਫਿਰ ਤੀਸਰੇ ਕੈਂਪ 'ਚ ਜਦੋਂ ਮੈਨੂੰ ਸ਼ਿਫਟ ਕੀਤਾ, ਫਿਰ ਮੇਰੇ ਬਜ਼ੁਰਗਾਂ ਦਾ ਸੁਨੇਹਾ ਮੈਨੂੰ ਮਿਲਿਆ ਤੀਸਰੇ ਕੈਂਪ 'ਚ ਜਦੋਂ ਉਹ ਮੇਰੇ ਪਿੰਡ ਤੋਂ ਮੌੜਿਆਂ ਤੋਂ ਕੋਈ ਹੋਰ ਮੁੰਡਾ ਸੀ ਤੇ ਉਹਦੇ ਮੌੜਿਆਂ ਦਾ ਕੋਈ ਥਾਣੇਦਾਰ ਸੀ ਉਹ CID 'ਚ, ਉਹ ਫਿਰ ਬਜ਼ੁਰਗਾਂ ਨੇ ਕਿਤੇ ਉਹਨੂੰ ਘੱਲਿਆ
ਕਿ ਸਾਡੇ ਮੁੰਡੇ ਦਾ ਪਤਾ ਨਹੀਂ ਲੱਗ ਰਿਹਾ ਤੇ ਪਤਾ ਕਰੋ। ਉਹ ਫਿਰ ਆਣ ਕੇ ਉਹਨੇ ਜਦੋਂ ਪੁੱਛਿਆ, ਉੱਥੇ ਮੌੜਿਆਂ ਦਾ ਹੋਰ ਮੁੰਡਾ ਸੀ, ਅਜੀਤ ਸਿੰਘ ਉਹਦਾ ਨਾਂ ਹੈ, ਉਹ ਸਾਡੇ ਨਾਲ ਜੇਲ੍ਹ 'ਚ ਰਿਹਾ। ਤੇ ਉਹਨੂੰ ਪੁੱਛਿਆ ਵੀ ਜੀਤ ਸਿੰਘ ਇੱਥੇ ਤੇਰੇ ਕੋਈ ਹੋਰ ਵੀ ਹੈਗਾ ਜੱਜਿਆਂ ਮੌੜਿਆਂ ਦਾ ਮੁੰਡਾ? ਤੇ ਫਿਰ ਉਹਨੇ ਆਵਾਜ਼ ਦਿੱਤੀ ਵੀ ਜੱਜਿਆਂ ਦਾ ਕੋਈ ਹੈਗਾ ਮੁੰਡਾ? ਫਿਰ ਮੈਨੂੰ ਆਖਿਆ ਵੀ ਮੈਂ ਹੈਗਾ, ਜੱਜੇ ਪਿੰਡ ਆ ਮੇਰਾ। ਤੇ ਉਹ ਫਿਰ ਉਸ ਥਾਣੇਦਾਰ ਨੇ ਮੈਨੂੰ ਸੱਦਿਆ, ਮੈਨੂੰ ਆਂਦਾ ਵੀ ਕਾਕਾ ਤੇਰੇ ਮਾਂ ਪਿਓ ਲੱਭਦੇ ਫਿਰਦੇ ਤੈਨੂੰ, 3 ਮਹੀਨੇ ਹੋ ਗਏ ਆ ਤੇ ਉਹ ਤਾਂ ਬੜੇ ਦੁਖੀ ਆ, ਤੇ ਕੋਈ ਚੀਜ਼ ਮੰਗਾਉਣੀ ਤੂੰ ਦੱਸ। ਤੇ ਸਿਰ ਤਾਂ ਨੰਗੇ ਸੀ, ਕੋਈ ਲੀੜਾ ਨਹੀਂ, ਸਿਰਫ ਇੱਕ ਕਛਹਿਰਾ ਹੈਗਾ ਸੀ। ਮੈਂ ਕਿਹਾ ਤੁਸੀਂ ਮੈਨੂੰ ਪਰਨਾ ਇੱਕ ਲਿਆ ਦਿਓ ਸਿਰ ਤੇ ਬੰਨਣ ਲਈ। ਤੇ ਉਹਨੇ ਅਗਲੇ ਦਿਨ ਪਰਨਾ ਤੇ ਲਿਆਤਾ। ਤੇ ਮੈਨੂੰ ਨਾਲ ਫਿਰ ਉਹ ਕਹਿੰਦਾ ਵੀ ਘਰਦਿਆਂ ਤੇਰਿਆਂ ਨੂੰ ਯਕੀਨ ਨਹੀਂ ਹੈਗਾ ਤੇ ਕੋਈ ਨਿਸ਼ਾਨੀ ਦੇ। ਉਹ ਫਿਰ ਮੈਂ ਆਪਣੇ ਪਾਪਾ ਜੀ ਦੀ ਘੜੀ ਲੈ ਕੇ ਆਇਆ, ਉਹ ਫਿਰ ਮੈਂ ਘੜੀ ਲਾ ਕੇ ਦਿੱਤੀ ਉਹਨੂੰ, ਤੇ ਉਹ ਤੋਂ ਯਕੀਨ ਹੋਇਆ ਉਹਨਾਂ ਨੂੰ। ਤੇ ਫਿਰ ਉਸ ਤੋਂ ਬਾਅਦ ਬਜ਼ੁਰਗਾਂ ਨੂੰ ਯਕੀਨ ਹੋਇਆ। ਤੇ ਜਿਹੜੇ ਉਹ ਕੈਂਪ ਸੀ ਉੱਥੇ ਵੀ ਹਾਲਾਤ ਜਿਹੜੇ ਉਹ ਕਾਫੀ ਖਰਾਬ ਸੀ ਵੀ ਮਤਲਬ ਕਮਰੇ ਦੇ ਵਿੱਚ ਜਿਹੜੇ ਨਾ ਲੋੜ ਤੋਂ ਵੱਧ ਬੰਦੇ ਸੀ। ਜੇ ਮੰਨ ਲਓ 20 ਕਮਰੇ, ਆਹ ਕਮਰਾ ਛੋਟਾ ਹੈ, ਇਹ 'ਚ 20 ਹੈ, ਤਾਂ ਹਿਸਾਬ ਲਓ 40 ਬੰਦੇ ਵਾੜੇ ਸੀ। ਜਦ ਬਹਿਣਾ ਖਲੋਣਾ ਔਖਾ, ਕੋਈ ਖਲੋ ਗਿਆ ਕੋਈ ਬਹਿ ਗਿਆ, ਇਸ ਤਰੀਕੇ ਨਾਲ ਹੀ ਕਰਦੇ ਆ। ਤੇ ਮਤਲਬ ਕੋਈ ਰੌਲਾ ਨਹੀਂ, ਕਿਸੇ ਦੀ ਜ਼ਰੂਰਤ ਨਹੀਂ ਹੈਗੀ ਵੀ ਕੋਈ ਰੌਲਾ ਪਾ ਦੇ। ਜੇ ਟਾਇਲਟ ਆ ਤੇ ਇੱਕ ਟਾਇਲਟ ਸੀ ਤੇ ਉਹ ਲੈਣ ਲੱਗੀ ਹੁੰਦੀ ਵੀ ਹਰ ਬੰਦੇ ਨੂੰ ਤੰਗੀ ਆਉਣੀ ਵੀ ਮੁਸ਼ਕਲ ਆ ਵੀ ਮੈਂ ਹਰ ਇੱਕ ਨੇ ਜਾਣਾ। ਤੇ ਬੜੇ ਔਖੇ ਦਿਨ ਦੇਖੇ ਆ। ਪਾਣੀ ਤੇ ਦੂਰ ਦੀ ਗੱਲ ਸੀ, ਬਹੁਤ ਮੰਦਾ ਹਾਲ ਸੀ। ਤੇ ਉਸ ਤੋਂ ਬਾਅਦ ਫਿਰ ਇਹਨਾਂ ਨੇ ਨਾਭੇ ਜੇਲ੍ਹ 'ਚ ਸ਼ਿਫਟ ਕੀਤਾ ਜਦੋਂ NSA ਲਾਤੀ ਹੈ। NSA ਲਾਈ ਗਈ? ਹਾਂਜੀ। ਕਿਸ ਆਧਾਰ ਤੇ ਲੱਗੀ? NSA ਸਾਨੂੰ ਤੇ ਆਪ ਨਹੀਂ ਆਧਾਰ ਤੇ ਪਤਾ, ਸਾਨੂੰ ਫਰਲੇ ਫੜਾਤੇ ਉਹਨਾਂ ਨੇ ਵੀ ਆਹ ਤੁਸੀਂ ਬਗਾਵਤ ਕੀਤੀ ਆ। ਉਹ ਕਿੰਨੀਆਂ ਧਾਰਾਂ ਲਾ ਕੇ, ਘੱਟ ਤੋਂ ਘੱਟ 25 30 ਧਾਰਾਂ ਲਾ ਕੇ ਤੇ ਉਹ ਸਾਨੂੰ ਫਰਲੇ 'ਚ ਫੜਾਤੇ ਪਿਆ। ਮਤਲਬ ਆ ਤੁਹਾਂ ਦੋਸ਼ੀ ਜੇ ਤੁਸੀਂ ਬਗਾਵਤ ਕੀਤੀ ਹੈ। 6 ਜੂਨ ਤੋਂ ਬਾਅਦ ਕਿੰਨੀ ਦੇਰ ਬਾਅਦ ਦੀ ਗੱਲ? ਇਹ 3-4 ਮਹੀਨੇ ਤੋਂ ਬਾਅਦ ਦੀ ਗੱਲ ਹੈ। 4 ਮਹੀਨੇ ਮਤਲਬ ਤੁਹਾਨੂੰ ਡਿਟੇਨ ਕਰਕੇ ਰੱਖਿਆ ਬਿਨਾਂ ਕਿਸੇ ਧਾਰਾ ਤੋਂ? ਹਾਂਜੀ ਹਾਂਜੀ। ਫਿਰ ਸਾਨੂੰ ਨਾਭੇ ਜੇਲ੍ਹ ਦੇ ਵਿੱਚ ਜਦੋਂ ਸ਼ਿਫਟ ਕੀਤਾ, ਉੱਥੇ ਹੀ ਸਾਨੂੰ ਉਹ ਦਿੱਤੀਆਂ ਧਾਰਾ। ਉਸ 3 ਮਹੀਨਿਆਂ ਦੇ ਦਰਮਿਆਨ ਤੁਹਾਨੂੰ ਕਿਤੇ ਕੋਰਟ ਦੇ ਵਿੱਚ ਕਿਸੇ ਜੱਜ ਦੇ ਮੂਹਰੇ ਪੇਸ਼ ਕੀਤਾ? ਨਾ ਜੀ ਨਾ, ਕਿਤੇ ਨਹੀਂ ਪੇਸ਼ ਕੀਤਾ ਸਾਨੂੰ। 3 ਮਹੀਨੇ ਤੇ ਮਤਲਬ ਉਹਨਾਂ ਨੇ ਆਪਣੇ ਕਸਟਡੀ 'ਚ ਹੀ ਰੱਖਿਆ ਹੈ ਤੇ ਪੁੱਛਗਿੱਛ ਕਰਦੇ ਰਹੇ ਨੇ। ਸਵੇਰੇ ਉਹਨਾਂ ਲੈ ਜਾਣਾ ਤੇ ਸ਼ਾਮ ਨੂੰ ਮੁੜ ਕੇ ਉਹਨਾਂ ਨੇ ਵਾਪਸ ਛੱਡਣਾ ਜਿੱਥੋਂ ਮਤਲਬ। ਜੇਲ੍ਹ ਦੇ ਵਿੱਚ ਫਿਰ ਤੁਹਾਡੇ ਘਰਦਿਆਂ ਨਾਲ ਮੁਲਾਕਾਤ ਹੁੰਦੀ? ਹਾਂਜੀ, ਜੇਲ੍ਹ 'ਚ ਮੇਰੀ ਤੁਹਾਡੀ ਫਿਰ ਪੈਰਵਾਈ ਵੀ ਕੀਤੀ? ਨਾਭੇ ਜੇਲ੍ਹ ਦੇ ਵਿੱਚ ਸਿਰਫ ਮੇਰੇ ਬਜ਼ੁਰਗ ਇੱਕੋ ਵਾਰੀ ਆਏ ਨੇ ਪਤਾ ਕਰਨ, ਮੈਨੂੰ ਮਿਲ ਕੇ ਗਏ ਨੇ। ਉਸ ਤੋਂ ਬਾਅਦ ਮੁਲਾਕਾਤ ਨਹੀਂ ਹੋਈ ਕਿਉਂਕਿ ਉੱਥੇ ਨੈਸ਼ਨਲ ਸਿਕਿਉਰਿਟੀ ਐਕਟ ਲੱਗਣ ਕਰਕੇ ਉੱਥੇ ਥੋੜਾ ਜਿਹਾ ਰੋਟੀ ਦੀ ਸਹੂਲਤ ਥੋੜੀ ਸਹੀ ਹੋ ਗਈ ਸੀ ਕਿ ਉਹ 3 ਟਾਈਮ ਰੋਟੀ ਪਾਣੀ ਠੀਕ ਮਿਲਦਾ ਸੀ, ਕੱਪੜੇ ਵਗੈਰਾ ਮਿਲਦੇ ਸੀ ਨਾਲ। ਉਹ ਸਾਰਾ ਉੱਥੇ ਉਹ 7-8 ਮਹੀਨੇ 9 ਜਿਹੜੇ ਰਹੇ ਆ ਨਾ, ਉਹ ਥੋੜੀ ਜਿਹੀ ਸਹੂਲਤ ਰਹੀ। ਪਤਾ ਨਹੀਂ ਹੁਣ 7 ਕਿ 6 ਮਹੀਨੇ ਮਤਲਬ ਕੁੱਲ ਮਿਲਾ ਕੇ ਜਿਹੜਾ 5 ਸਾਲ ਬਣਦੇ ਨੇ ਜੋਧਪੁਰ ਵਾਲੇ ਪਾ ਕੇ। ਨਹੀਂ, ਨਾਭਾ ਜੇਲ੍ਹ ਤੋਂ ਬਾਅਦ ਤੁਸੀਂ ਜੋਧਪੁਰ ਜਾਂਦੇ? ਹਾਂਜੀ ਹਾਂਜੀ। ਫਿਰ ਨਾਭੇ ਜੇਲ੍ਹ ਦੇ ਵਿੱਚ ਜਦੋਂ ਇਨਕੁਆਇਰੀ ਸ਼ੁਰੂ ਹੋਈ, ਫਿਰ ਸਾਡੇ ਥਾਣੇ ਦਾ ਆਇਆ ਸੀ SHO ਆਣ ਕੇ, ਉਹਨੇ ਇਨਕੁਆਇਰੀ ਸ਼ੁਰੂ ਕੀਤੀ ਤੇ ਮੈਨੂੰ ਆਣ ਕੇ ਪੁੱਛਣ ਲੱਗਾ ਵੀ ਸਾਰਾ ਉਹਨੇ ਪੁੱਛਿਆ ਵੀ ਤੂੰ ਕਿਹੜਾ ਪਿੰਡ ਤੇਰਾ, ਕਿੱਦਾਂ ਹੈ? ਤੇ ਮੈਨੂੰ ਆਂਦਾ ਵੀ ਤੂੰ ਕਿਸੇ ਨੂੰ ਜਾਣਦਾ? ਮੈਂ ਕਿਹਾ ਨਹੀਂ, ਮੈਂ ਤਾਂ ਜਾਣਦਾ ਨਹੀਂ। ਤੇ ਉਹ ਹੁਣ ਜਦੋਂ ਨਾਭੇ ਜੇਲ੍ਹ 'ਚ ਰਹਿਣ ਨਾਲ ਲਾਗੇ ਲਾਗੇ ਤੇ ਵਾਕਫ ਹੋ ਜਾਂਦੇ ਨਾ, ਜਿਵੇਂ ਉੱਥੇ ਮਾਨ ਵਾਲਾ ਤੇ ਕਰਾਣੀਆਂ ਤੋਂ ਉੱਥੇ 1-2 ਬਜ਼ੁਰਗ ਸੀ। ਉਹ ਮੈਂ ਰੋਣਾ ਬੜਾ ਵੀ ਛੋਟਾ ਪਹਿਲਾਂ ਤੇ ਮੈਨੂੰ ਇਹ ਸਮਝੂ ਕੇ ਉਹਨਾਂ ਰੱਖਣਾ ਵੀ ਅਸੀਂ 3 ਮਹੀਨੇ ਬਾਅਦ ਰਿਹਾ ਹੋ ਜਾਣਾ। ਤੇ ਮੁੜ ਕੇ ਜਦੋਂ ਉੱਥੇ ਜਾ ਕੇ ਜੇਲ੍ਹ 'ਚ ਲੈ ਗਏ ਅਗਾਂਹ, ਤੇ ਉੱਥੇ ਫਿਰ ਉਹਨਾਂ ਨੇ ਬਜ਼ੁਰਗਾਂ ਨੇ ਮੈਨੂੰ ਕੈਂਪ ਕੀਤਾ ਵੀ ਪੁੱਤਰਾ ਕੋਈ ਨਹੀਂ, ਰੋਈਦਾ ਨਹੀਂ ਹੁੰਦਾ। ਕੋਈ ਆਖੇ ਮੈਂ ਮਾਨ ਵਾਲੇ ਤਾਂ, ਇੱਕ ਬੰਦਾ ਹੋਰ ਹੀ ਰਾਣੀਆਂ ਤੋਂ ਬਾਰਡਰ ਲਾਗੇ, ਉਹਦਾ ਮੈਂ ਰਾਣੀਆਂ ਤੋਂ ਮੈਂ ਸਰਪੰਚ ਰਿਹਾ ਵਾਂ ਤੇ ਤੂੰ ਪਰਵਾਹ ਨਾ ਕਰ, ਅਸੀਂ ਤੇਰੇ ਨਾਲ ਆ, ਤੇਰੇ ਗੁਆਂਢੀ ਆ। ਉਹ ਫਿਰ ਉਹਨੇ ਨਾ ਮੈਨੂੰ ਉਹਨਾਂ ਨੇ ਹੌਸਲਾ ਬੰਨਤਾ। ਫਿਰ ਉੱਥੋਂ ਇਨਕੁਆਇਰੀ ਜਦੋਂ ਸ਼ੁਰੂ ਹੋਈ ਤੇ ਮੈਨੂੰ ਥਾਣੇਦਾਰ ਆਣ ਕੇ ਪੁੱਛਦਾ ਵੀ ਆਹ ਫੋਟੋਆਂ ਵਿਖਾਵੇ ਵੀ ਆਹ ਬੰਦੇ ਨੂੰ ਜਾਣਦਾ, ਆਹ ਬੰਦੇ ਨੂੰ ਜਾਣਦਾ। ਤੇ ਬਜ਼ੁਰਗਾਂ ਦੀਆਂ ਫੋਟੋ ਜਦੋਂ ਆਈਆਂ ਤੇ ਮੈਂ ਕਿਹਾ ਵੀ ਮੈਂ ਇਹਨਾਂ ਨੂੰ ਜਾਣਦਾ ਨੀਗਾ। ਤੇ ਥਾਣੇਦਾਰ ਨੇ ਮੇਰੇ ਉਦੋਂ ਵੀ ਮਤਲਬ ਫੜ ਕੇ ਕੁੱਟਿਆ ਮੈਨੂੰ ਆਂਦਾ ਵੀ ਤੂੰ ਜਾਣਦਾ ਕਿਉਂ ਨਹੀਂ, ਤੇਰੇ ਤੇ ਨਾਲ ਸੌਂਦੇ ਆ। ਫਿਰ ਮੈਨੂੰ ਆਖਿਆ ਵੀ ਮੈਂ ਤਾਂ ਹੁਣ ਜਾਣਨ ਲੱਗਾ ਨਾ, ਪਹਿਲਾਂ ਤਾਂ ਨਹੀਂ ਨਾ ਮੈਂ ਇਹਨਾਂ ਨੂੰ ਜਾਣਦਾ। ਪਹਿਲਾਂ ਕੌਣ ਸੀ ਕੀ ਸੀ? ਮੈਂ ਕਿਹਾ ਮੈਨੂੰ ਨਹੀਂ ਪਤਾ, ਇਹ ਤਾਂ ਹੁਣ ਆਪਾਂ ਇਕੱਠੇ ਰਹਿੰਦੇ ਆ, ਹੁਣ ਤੇ ਉਹ ਕੁਦਰਤੀ ਗੱਲ ਆ ਵੀ ਅਸੀਂ ਜਾਣਨਾ ਹੀ ਆ। ਫਿਰ ਮੈਂ ਥੋੜਾ ਜਿਹਾ ਉਹਦੇ ਨਾਲ ਵੇਰਿਆ, ਮੈਨੂੰ ਗੁੱਸਾ ਜਿਹਾ ਬੜਾ ਆਇਆ ਵੀ ਇਹਨੇ ਮੇਰੇ ਕਿਉਂ ਬਿਨਾਂ ਵਜ੍ਹਾ ਮਾਰਤੀਆਂ। ਫਿਰ ਮੈਂ ਉਹਨੂੰ ਆਖਿਆ ਮੈਂ ਤੂੰ ਚੰਗਾ ਬੰਦਾ ਤੂੰ। ਮੈਂ ਕਿਹਾ ਫਿਰ ਉਦੋਂ ਇਹਨਾਂ ਨੇ ਨਾ CBI ਨੇ ਇਨਕੁਆਇਰੀ ਕੈਂਪਾਂ 'ਚ ਕਰ ਕਰਕੇ ਤੇ ਮੈਨੂੰ ਮਤਲਬ ਬਹੁਤ ਡਰਾ ਜਿਹਾ ਨਹੀਂ ਲੈਂਦਾ ਬੰਦਾ, ਕਿਉਂਕਿ ਮੈਨੂੰ ਪਹਿਲਾਂ ਸੰਧੂ ਨੇ ਕਿਹਾ ਵੀ ਨਾ ਲਈ
ਪਰ ਉਹਨਾਂ ਨੇ ਮੈਨੂੰ ਸਵਾਲ ਹੀ ਇਸ ਹਿਸਾਬ ਨਾਲ ਕਰਨੇ ਵੀ ਹੌਲੀ ਹੌਲੀ ਜਿੱਦਾਂ ਪੁੱਛਿਆ ਵੀ ਤੇਰੇ ਮਾਮੇ ਕਿੰਨੇ ਆ, ਮਤਲਬ ਉਹ ਜਦੋਂ ਮੈਂ ਮਾਮੇ ਇੱਕ ਦਾ ਨਾਂ ਦੱਸਿਆ ਤੇ ਫਿਰ ਉਹ CBI ਵਾਲੇ ਭਾਰੂ ਹੋ ਗਏ ਮੇਰੇ ਤੇ। ਉਹ ਕਹਿੰਦੇ ਹੁਣ ਤੇ ਤੂੰ ਸਭ ਕੁਝ ਦੱਸੇਗਾ। ਫਿਰ ਉਹ ਆ ਗਏ ਵੀ ਹਰਮਿੰਦਰ ਸੰਧੂ ਕੋਲ ਰਿਵਾਲਵਰ ਹੈਗਾ ਸੀ, ਤੇ ਮੈਂ ਕਿਹਾ ਵੀ ਮੈਂ ਤਾਂ ਦੇਖਿਆ ਨੀਗਾ। ਤੇ ਉਹ ਮੈਨੂੰ ਆਖਣ ਵੀ ਨਹੀਂ ਰਿਵਾਲਵਰ ਹੈਗਾ ਸੀ, ਤੇ ਮੈਂ ਕਿਹਾ ਮੈਨੂੰ ਨਹੀਂ ਪਤਾ, ਜੇ ਹੈਗਾ ਸੀ ਤੇ ਮੈਂ ਕਿਹਾ ਮੈਂ ਲਿਖ ਦੇਣਾ ਹੈਗਾ ਸੀ, ਤੇ ਮੈਂ ਕਿਹਾ ਮੈਨੂੰ ਉਹ ਕਹਿੰਦੇ ਹੈਗਾ ਸੀ, ਮੈਂ ਕਿਹਾ ਮੈਂ ਤਾਂ ਦੇਖਿਆ ਨੀਗਾ। ਨਹੀਂ ਇਹ ਤੂੰ ਲਿਖ ਇੱਥੇ, ਮੈਂ ਕਿਹਾ ਮੈਂ ਲਿਖ ਦਿੰਦਾ ਵੀ ਠੀਕ ਹੈ ਹੈਗਾ ਸੀ। ਉਹ ਇਹ ਇੱਕ ਦੋ ਗੱਲਾਂ ਤੇ ਮੈਨੂੰ ਨਾ ਜ਼ਿਆਦਾ ਕਰਦੇ ਰਹੇ ਨੇ। ਫਿਰ ਹਰਮਿੰਦਰ ਸੰਧੂ ਦੇ ਜਿਹਦੇ ਬਾਰੇ ਹੋਰ ਕੋਈ ਜਾਣਕਾਰੀ, ਮੈਂ ਕਿਹਾ ਮੈਨੂੰ ਕੁਛ ਨਹੀਂ ਜਾਣਕਾਰੀ, ਮੈਨੂੰ ਆਏ ਨੂੰ 3-4 ਦਿਨ ਹੋਏ ਸੀ ਜੇ। ਮੈਂ ਕਿਹਾ ਜਾਣਕਾਰੀ ਤਾਂ ਹੁੰਦੀ ਜੇ ਮੈਨੂੰ ਮਹੀਨਾ 2 ਮਹੀਨੇ ਮੌਕਾ ਮਿਲਦਾ, ਫਿਰ ਮੈਨੂੰ ਪਤਾ ਲੱਗਦਾ ਵੀ ਉਹ ਕੀ ਸੀ ਜਾਂ ਕਿੱਦਾਂ ਸੀ। ਫਿਰ ਉਹ ਬਜ਼ੁਰਗਾਂ ਨੇ ਮੈਨੂੰ ਕੈਂਪ ਕੀਤਾ। ਉੱਥੋਂ ਫਿਰ ਉਹਨਾਂ ਨੇ ਲੱਡਾ ਕੋਠੀ ਇੱਕ ਸੈਂਟਰ ਬਣਾਇਆ ਸੰਗਰੂਰ। ਉੱਥੋਂ ਫਿਰ 10-10 ਬੰਦੇ ਖੜਦੇ ਸੀ, ਜਿਨ੍ਹਾਂ ਦੇ ਵਿੱਚ ਮੈਨੂੰ ਵੀ 10 ਦਿਨ ਉੱਥੇ ਕੱਟੇ ਨਹੀਂ ਪਏ। ਸੰਗਰੂਰ ਲੈ ਕੇ ਜਾਂਦੇ ਸੀ ਜੀ, ਲੱਡਾ ਕੋਠੀ ਸੈਂਟਰ 'ਚ 10 ਦਿਨ ਮੈਂ ਵੀ ਕੱਟੇ ਆ। ਫਿਰ ਉੱਥੇ ਮੈਨੂੰ ਬਜ਼ੁਰਗਾਂ ਨੇ ਕੈਂਪ ਕੀਤਾ, ਆਂਦੇ ਤਗੜੇ ਹੋਈਦਾ, ਜਿੱਦਾਂ ਗਾਲਾਂ ਕੱਢੀ ਦੀਆਂ ਜਾਂਦੇ ਅੱਗੋਂ ਪੁਲਿਸ ਨੂੰ, ਡਰੀਦਾ ਨਹੀਂ ਹੁੰਦਾ। ਤੂੰ ਉਹ ਜਿਹੜਾ ਆਂਦਾ ਨਾ ਰਿਵਾਲਵਰ ਹੈਗਾ ਸੀ, ਹੁਣ ਤੂੰ ਮੁੱਕਰ ਕੇ ਆਉਣਾ ਵੀ ਨਹੀਂ ਹੈਗਾ। ਫਿਰ ਮੈਂ ਉੱਥੇ ਵੇਰਿਆ, ਉੱਥੇ ਕੁੱਟ ਪਈ ਮੈਨੂੰ ਬਥੇਰੀ। ਉਹ ਸੰਗਲਾ ਨਾ ਪੁੱਠਾ ਲਮਕਾ ਲੈਂਦੇ, ਬੰਨ ਲੈਂਦੇ, ਤੇ ਫਿਰ ਉਹ ਕੁਰਸੀ ਦੀ ਬਾਹੀ ਆਈ, ਜਿਹੜੀ ਹੱਥ ਆਈ ਉਹ ਮਾਰਨੀ, ਜਾਂ ਫਿਰ ਲੰਮੇ ਪਾ ਕੇ ਤੇ ਇੱਕ ਘੋਟਣਾ ਜਿਹਾ ਰੱਖ ਕੇ ਤੇ ਇਹਨਾਂ ਨੂੰ ਪੈਰਾਂ ਨੂੰ ਦਬਾਉਣਾ, ਖੁੱਚਾਂ ਦੇ ਵਿੱਚ ਦੇ ਕੇ ਨਾ, ਤੇ ਉਹਨੂੰ ਦਬਾਉਣਾ। ਉਸ ਹਿਸਾਬ ਨਾਲ ਤਸੀਹੇ ਦਿੰਦੇ ਰਹੇ ਨੇ। 5 ਦਿਨ ਉਹ ਕੁੱਟਦੇ ਸੀ, 5 ਦਿਨ ਫਿਰ ਉਹ ਰੈਸਟ ਦਿੰਦੇ ਸੀ ਵੀ ਇਹ ਸੱਟਾਂ ਸੁੱਟਾਂ ਇਹਨਾਂ ਦੀਆਂ ਠੀਕ ਹੋ ਜਾਣ। ਫਿਰ ਉੱਥੇ ਮੈਂ ਵੇਰ ਗਿਆ, ਮੈਂ ਕਿਹਾ ਮੈਂ ਕੋਈ ਰਿਵਾਲਵਰ ਨਹੀਂ ਵੇਖਿਆ। ਮੈਂ ਕਿਹਾ ਮੈਨੂੰ ਜ਼ਬਰਦਸਤੀ CBI ਵਾਲਿਆਂ ਨੇ ਕਹਿ ਕੇ ਲਿਖਾਇਆ ਵੀ ਇਹਦੇ ਕੋਲ ਰਿਵਾਲਵਰ ਸੀ। ਮੈਂ ਕਿਹਾ ਮੈਂ ਕੋਈ ਰਿਵਾਲਵਰ ਨਹੀਂ ਦੇਖਿਆ। ਫਿਰ ਉੱਥੇ ਮੈਂ ਵੇਰਿਆ, ਤੇ ਫਿਰ ਉੱਥੇ ਅਖੀਰ ਤੇ ਉਹਨਾਂ ਨੇ ਮੁੜ ਕੇ ਕਿਹਾ, ਇਹ ਉਦੋਂ ਰਟੌਲਾਂ ਦਾ ਕੋਈ ਥਾਣੇਦਾਰ ਸੀ, ਉਦੋਂ ਮੇਰੀ ਇਨਕੁਆਇਰੀ ਕਰ ਰਿਹਾ। ਮੈਨੂੰ ਉਹਨੇ ਕਿਹਾ ਕਾਕਾ ਅੱਜ ਮੈਂ ਲਿਖ ਦਿੰਦਾ ਵੀ ਤੂੰ ਇਨੋਸੈਂਟ ਹੈ, ਪਰ ਉਹਨੇ ਕੱਲ ਨੂੰ ਫਿਰ ਕੋਈ ਚਪੇੜੇ ਬਾਰੇ ਤੂੰ ਆਖਿਰ ਨਹੀਂ ਮੈਨੂੰ ਪਤਾ ਆ ਪਤਾ। ਮੈਂ ਕਿਹਾ ਜਦੋਂ ਪਤਾ ਹੀ ਨਹੀਂ, ਮੈਂ ਕਿਹਾ ਧੱਕੇ ਨਾ ਮੈਨੂੰ ਲਿਖਾਈ ਜਾਂਦੇ ਸੰਧੂ ਕੋਈ ਰਿਵਾਲਵਰ ਸੀ। ਅੱਛਾ, ਸੰਗਰੂਰ ਤੁਹਾਨੂੰ ਤਾਂ ਹੀ ਲਿਜਾਇਆ ਗਿਆ ਕਿਉਂਕਿ ਤੁਸੀਂ ਲਿਖਤਾ ਸੀਗਾ ਕਿ ਹਰਮਿੰਦਰ ਸੰਧੂ ਨਹੀਂ, ਉਹ ਹਰਮਿੰਦਰ ਸੰਧੂ ਨਾਲ ਰਿਸ਼ਤੇਦਾਰੀ ਹੋਣ ਕਰਕੇ ਫਿਰ ਉਹਨਾਂ ਜ਼ਿਆਦਾ ਮੈਨੂੰ ਟਾਰਗੇਟ ਕੀਤਾ ਨਾ। ਉਦਾਂ ਨਹੀਂ ਮੈਨੂੰ ਕੁਛ ਵੀ ਕਹਿਣਾ, ਉਹਨਾਂ ਉਹਦੇ ਹੋਣ ਕਰਕੇ ਟਾਰਗੇਟ ਜ਼ਿਆਦਾ ਉਹਨੂੰ, ਇਸ ਕਰਕੇ ਮੈਨੂੰ ਉਹਨਾਂ ਕਰਨਾ ਸ਼ੁਰੂ ਕੀਤਾ ਵੀ ਤੂੰ ਹੁਣ ਸਭ ਕੁਝ ਦੱਸੇਗਾ। ਉਹਦੇ ਕਰਕੇ ਫਿਰ ਮੁੜ ਕੇ ਫਿਰ ਉਦੋਂ ਹੀ ਇੰਦਰਾ ਗਾਂਧੀ ਮਰ ਜਾਂਦੀ 31 ਅਕਤੂਬਰ ਨੂੰ। ਉਸ ਤੋਂ ਬਾਅਦ ਫਿਰ ਨਹੀਂ ਸਾਨੂੰ 5 ਦਿਨ ਹੱਥ ਲਾਇਆ। ਫਿਰ ਉਹਨਾਂ ਨਾਭੇ ਜੇਲ੍ਹ 'ਚ ਵਾਪਸ ਲੈ ਆਂਦਾ। ਫਿਰ ਉਸ ਤੋਂ ਬਾਅਦ ਫਿਰ ਸਾਨੂੰ ਜੋਧਪੁਰ ਜੇਲ੍ਹ 'ਚ ਖੜਿਆ ਸਾਰਿਆਂ ਨੂੰ। ਹਾਂਜੀ, ਸਾਰਿਆਂ ਨੂੰ ਖੜਿਆ। ਕਿੰਨੇ ਸਿੰਘ ਸੀਗੇ ਉੱਥੇ ਉਦੋਂ? ਤਕਰੀਬਨ ਆਪਣੇ 360-65 ਹੀ ਸੀ, ਇੰਨੇ ਕੀ। ਹਰਮਿੰਦਰ ਸੰਧੂ ਜੋਧਪੁਰ ਜੇਲ੍ਹ ਦੇ ਵਿੱਚ ਹੁੰਦੇ ਨੇ, ਤੁਹਾਡੀ ਮੁਲਾਕਾਤ ਹੁੰਦੀ ਹੈ ਫਿਰ ਉੱਥੇ? ਜਦੋਂ ਮੈਂ ਜੋਧਪੁਰ ਜੇਲ੍ਹ 'ਚ ਆਇਆ ਉੱਥੇ ਫਿਰ ਮਿਲਿਆ, ਮੈਨੂੰ ਜਾਂਦੇ ਮਿਲੇ। ਉਹਨਾਂ ਨੇ ਮੈਨੂੰ ਲੱਭਿਆ ਫਿਰ ਆਣ ਕੇ ਆਉਂਦੇ ਹੀ ਫਿਰ ਮਿਲੇ। ਜੇਲ੍ਹ ਦੇ ਵਿੱਚ ਹੋਰ ਕੌਣ ਕੌਣ ਸੀਗਾ ਤੁਹਾਡੇ ਤੋਂ ਪਹਿਲਾਂ? ਕਿਹੜੇ ਲੀਡਰ ਸੀਗੇ ਉੱਥੇ ਜੋਧਪੁਰ ਜੇਲ੍ਹ 'ਚ? ਸਾਰੇ ਆਪਣੇ ਹਰਮਿੰਦਰ ਸੰਧੂ ਦੇ ਨਾਲ ਜਿਹੜੇ ਮਹਿਤਾ ਸਾਹਿਬ, ਚਾਵਲਾ ਸਾਹਿਬ, ਵਿਰਸਾ ਸਿੰਘ ਵਲਟੋਆ, ਸਾਰੇ ਸੀ। ਭਾਈ ਮਨਜੀਤ ਸਿੰਘ, ਹਰਮਿੰਦਰ ਗਿੱਲ, ਖੋਜਕੀਪੁਰ ਹੈ, ਇਸ ਤਰ੍ਹਾਂ ਕਰਕੇ ਕਾਫੀ ਬੰਦੇ ਸੀ ਜਿਹੜੇ ਸੀਨੀਅਰ, ਜਿਹੜੇ ਬੰਦੇ ਅਜਮੇਰ ਜੇਲ੍ਹ 'ਚ ਖੜੇ ਸੀ ਨਾ। ਤੇ ਮੁੜ ਕੇ ਜਦੋਂ ਜੋਧਪੁਰ ਲਿਆਂਦੇ ਫਿਰ ਅਜਮੇਰ ਵਾਲਿਆਂ ਨੂੰ ਵੀ ਇੱਥੇ ਲਿਆਂਦਾ, ਸਾਰੇ ਇਕੱਠੇ ਕਰਤੇ ਇਹਨਾਂ ਨੇ। ਇਹ ਸਾਰੇ ਅਲੱਗ ਸੀਗੇ ਅਜਮੇਰ ਜੇਲ੍ਹ? ਹਾਂਜੀ, ਇਹ ਅਜਮੇਰ ਜੇਲ੍ਹ 'ਚ ਪਹਿਲਾਂ ਵੱਖਰੇ ਲੈ ਗਏ ਨਾ। ਇਹ ਉੱਥੋਂ ਜਦੋਂ ਸਕੂਲ ਦੇ ਵਿੱਚ ਪਹਿਲੇ ਦਿਨ ਇਹਨਾਂ ਨੇ ਖੜਿਆ ਸੀ ਨਾ ਫੜ ਕੇ ਇੱਥੋਂ ਦਰਬਾਰ ਸਾਹਿਬ ਤੋਂ, ਉਦੋਂ ਹੀ ਉਹ ਆਂਦੇ ਦੱਸਦੇ ਵੀ ਉਦੋਂ ਚੁੱਕ ਕੇ ਲੈ ਗਏ ਸੀ ਇਹਨਾਂ ਨੂੰ। ਜਿਹੜੇ ਸੀਨੀਅਰ ਲੀਡਰ ਸਾਰਿਆਂ ਨੂੰ ਅਜਮੇਰ ਜੇਲ੍ਹ 'ਚ ਲੈ ਗਏ ਸੀ ਤਕਰੀਬਨ। ਇਹ ਉੱਥੇ ਰਹੇ ਨੇ। ਜੋਧਪੁਰ ਜੇਲ੍ਹ ਦੇ ਵਿੱਚ ਕੀ ਵਰਤਾਰਾ ਕੁਝ ਵੱਖਰਾ ਸੀਗਾ ਨਾਭਾ ਜੇਲ੍ਹ ਨਾਲੋਂ, ਜਾਂ 3 ਮਹੀਨੇ ਜਿਹੜਾ ਫੌਜ ਦੇ ਵਿੱਚ ਤੁਹਾਨੂੰ ਇੱਥੇ ਰਹਿਣਾ ਪਿਆ ਡਿਟੇਨ ਹੋ ਕੇ, ਉਹਦੇ ਨਾਲੋਂ ਕੁਝ ਵੱਖਰਾ ਸੀਗਾ? ਹਾਂ, ਜੋਧਪੁਰ ਜੇਲ੍ਹ ਜਿਹੜੀ ਹੈ ਨਾ, ਉਹ ਵੈਸੇ ਤੇ ਉੱਥੋਂ ਦੇ ਲੋਕਾਂ ਦਾ, ਲੋਕ ਤੇ ਹੈਗੇ ਹੀ ਏਡੇ ਵੀ ਮਤਲਬ ਜ਼ਾਲਮ ਨਹੀਂ ਕਹਿ ਸਕਦੇ ਆਪਾਂ ਉਹਨਾਂ ਨੂੰ, ਠੀਕ ਸੀ। ਮਤਲਬ ਉੱਥੋਂ ਦੀ ਜਿਹੜੀ ਫੋਰਸ ਵੀ ਆ ਉਹ ਇੰਨੀ ਸਖਤ ਨਹੀਂ ਸੀ ਹੈਗੀ ਜਦੋਂ ਅਸੀਂ ਗਏ ਆ। ਪਰ ਹੌਲੀ ਹੌਲੀ ਜਦੋਂ ਸਾਡੇ ਬੰਦਿਆਂ ਦਾ ਥੋੜਾ ਜਿਹਾ ਇਹੋ ਜਿਹੀਆਂ ਹੋ ਗਈਆਂ ਵੀ ਜਿਵੇਂ ਝਗੜਾ ਕਰਨ ਲੱਗ ਪਏ, ਉਹਦੇ ਕਰਕੇ ਫਿਰ ਉਹ ਥੋੜੇ ਸਖਤ ਹੋ ਗਏ ਇਸ ਚੀਜ਼ ਤੋਂ। ਨਾਭਾ ਜੇਲ੍ਹ ਦੇ ਵਿੱਚ ਤੁਹਾਡੇ NSA ਲਾ ਕੇ ਭੇਜਿਆ ਜਾਂਦਾ ਹੈ, ਉਸ ਤੋਂ ਬਾਅਦ ਤੁਸੀਂ ਜੋਧਪੁਰ ਜੇਲ੍ਹ ਚਲੇ ਜਾਂਦੇ ਹੋ। ਤੁਹਾਡੀ ਪੈਰਵਾਈ ਕੋਈ ਕਰ ਰਿਹਾ ਸੀਗਾ? ਕਿਉਂਕਿ ਪਰਿਵਾਰ ਹੈ ਜਿਹੜਾ, ਤੁਸੀਂ ਕਹਿੰਦੇ ਹੋ ਵੀ ਇੱਕ ਵਾਰ ਤੁਹਾਨੂੰ ਨਾਭਾ ਜੇਲ੍ਹ ਮਿਲਣ ਆਉਂਦੇ ਨੇ, ਪੈਰਵਾਈ ਤੁਹਾਡੀ ਵਕਾਲਤ ਦੇ ਤੌਰ ਤੇ, ਵਕੀਲ ਦੇ ਤੌਰ ਤੇ, ਜਾਂ ਕੋਰਟ ਦੇ ਵਿੱਚ ਕੌਣ ਕਰ ਰਿਹਾ ਸੀ? ਨਹੀਂ, ਚਲੋ ਨਾਭਾ ਜੇਲ੍ਹ ਤੱਕ ਤੇ ਸਾਨੂੰ ਇੰਨਾ ਪੂਰਾ ਨੌਲੇਜ ਨਹੀਂ ਹੈ। ਜਿਉਂ-ਜਿਉਂ ਜੋਧਪੁਰ ਜੇਲ੍ਹ 'ਚ ਗਏ ਫਿਰ ਸਾਨੂੰ ਪਤਾ ਲੱਗਾ
ਵੀ ਸ਼੍ਰੋਮਣੀ ਕਮੇਟੀ ਜਿਹੜੀ ਆ ਉਹ ਤੁਹਾਡੀ ਪੈਰਵਾਈ ਕਰ ਰਹੀ ਆ। ਸ਼੍ਰੋਮਣੀ ਕਮੇਟੀ ਨੇ ਹੀ ਬੱਸਾਂ ਦਿੱਤੀਆਂ ਨੇ ਤੇ ਉਹ ਬੱਸਾਂ ਦੇ ਜ਼ਰੀਏ ਜਿਹੜੇ ਆ ਉਹ ਮੁਲਾਕਾਤਾਂ ਹੋ ਰਹੀਆਂ ਸੀ। ਉੱਥੇ ਫਿਰ ਮੇਰੀ ਮੁਲਾਕਾਤ ਜਿਹੜੀ ਉਹ 2 ਮਹੀਨੇ ਬਾਅਦ ਹੁੰਦੀ ਰਹੀ ਹੈ। ਸ਼੍ਰੋਮਣੀ ਕਮੇਟੀ ਨੂੰ ਤੁਸੀਂ ਲਿਖ ਕੇ ਦਿੱਤਾ ਸੀਗਾ ਆਪਣੀ ਪੈਰਵਾਈ ਕਰਨ ਲਈ, ਪਰਿਵਾਰ ਨੂੰ ਮਿਲਣ ਲਈ, ਜਾਂ ਕਿਸੇ ਹੋਰ ਨੇ ਲਿਖ ਕੇ ਦਿੱਤਾ ਸੀ? ਨਹੀਂ, ਇਹ ਤੇ ਵੇਖੋ ਜਿਹੜੇ ਆਪਣੇ ਸੀਨੀਅਰ ਬੰਦੇ ਆ ਉਹਨਾਂ ਤੋਂ ਹੀ ਹੋ ਸਕਦਾ ਵੀ ਉਹਨਾਂ ਹੀ ਗਾਂ ਕੋਈ ਕਹਿ ਕੁਆ ਕੇ ਕੁਝ ਕੀਤਾ ਹੋਵੇ। ਮੈਨੂੰ ਇਹਦੇ ਬਾਰੇ ਨਹੀਂ ਨੌਲੇਜ ਹੈਗੀ। ਇੰਨਾ ਪਤਾ ਹੈ ਵੀ ਸ਼੍ਰੋਮਣੀ ਕਮੇਟੀ ਰਾਹੀਂ ਬੱਸਾਂ ਆਉਂਦੀਆਂ ਸੀ ਜਿਹਦੇ ਰਾਹੀਂ ਸਾਡੇ ਪਰਿਵਾਰ ਜਿਹੜੇ ਉਹ ਮੁਲਾਕਾਤ ਲਈ ਪਹੁੰਚਦੇ ਸੀ। ਇਹ ਵੀ ਬਹੁਤ ਵੱਡੀ ਸਹੂਲਤ ਹੈ। ਨਹੀਂ ਤੇ ਮੈਂ ਇਹ ਸਮਝਦਾ ਵੀ ਜੇ ਸ਼੍ਰੋਮਣੀ ਕਮੇਟੀ ਨਾ ਹੁੰਦੀ ਤੇ ਸਾਡੀਆਂ ਜਿਹੜੀਆਂ ਹੱਡੀਆਂ ਕੁੱਜਾਂ 'ਚ ਬੰਦ ਹੋ ਕੇ ਆਉਂਦੀਆਂ, ਕਿਉਂਕਿ ਹਾਲਾਤ ਇਹੋ ਜਿਹੇ ਸੀ। ਉੱਥੇ ਖਾਣਾ ਪੀਣਾ ਬਹੁਤ ਮਾੜਾ ਸੀ। ਉੱਥੇ ਜੇ ਹੁਣ ਸਵੇਰ ਦੀ ਰੋਟੀ ਵੇਖੀਏ ਤਾਂ ਜੇ ਦਾਲ ਨਾ ਮਿਲਦੀ ਸੀ ਤਾਂ ਦਾਲ ਦੇ ਵਿੱਚ ਵੀ ਮਤਲਬ ਰੋੜ ਆਉਂਦੇ ਸੀ, ਕਿਰਕ ਆਉਂਦੀ ਸੀ, ਕੋਈ ਇਹੋ ਜਿਹੀ ਚੀਜ਼ਾਂ ਜਿਹੜੀਆਂ ਆਉਂਦੀਆਂ। ਤੇ ਜੇ ਸ਼ਾਮ ਦੀ ਕੋਈ ਸਬਜ਼ੀ ਹੈ ਤਾਂ ਉਹ ਸਭ ਤੋਂ ਘਟੀਆ ਸਬਜ਼ੀ ਜਿਹੜੀ ਉਹਨਾਂ ਵੇਖ ਕੇ ਮਤਲਬ ਜਿਹੜਾ ਨਹੀਂ ਕੋਈ ਚੁੱਕਦਾ ਉਹ ਲਿਆਉਂਦੇ ਹੁੰਦੇ ਸੀ ਤੇ ਉਹ ਤੇ ਖਾਧੀ ਨਹੀਂ ਜਾਂਦੀ। ਜੇ ਬਤਾਊ ਲੈ ਆਉਂਦੇ ਤਾਂ ਉੱਤੇ ਸੁੰਡੇ ਤਰਦੇ ਹੋਣੇ। ਜੇ ਕੋਈ ਹੋਰ ਚੀਜ਼ ਹੈ, ਘਾਹ ਜਿਹਾ, ਉਹ ਸਾਗ ਉਹਨੂੰ ਕਹਿਣਾ ਉਹ ਹੈ ਤੇ ਘਾਹ ਜਿਹਾ ਹੁੰਦਾ ਸੀ, ਕੀ ਕੁਝ ਨਹੀਂ ਸਮਝ ਆਉਂਦਾ। ਜਿਹੜੀ ਸ਼ਾਮ ਦੀ ਸਬਜ਼ੀ ਉਹ ਬਹੁਤ ਘਟੀਆ ਹੁੰਦੀ ਸੀ। ਤੇ ਜੇ ਪਾਣੀ ਆ ਤੇ ਪਾਣੀ ਉੱਥੇ ਸਾਨੂੰ 20 ਲੀਟਰ ਦੇ ਹਿਸਾਬ ਨਾਲ ਮਿਲਦਾ ਸੀ ਇੱਕ ਬੰਦੇ ਨੂੰ। ਤੇ 20 ਲੀਟਰ ਦੇ ਵਿੱਚ ਨਹਾਉਣਾ ਵੀ ਆ, ਕੋਈ ਕੱਪੜਾ ਵੀ ਧੋਣਾ ਆ, ਸਿਰ ਵੀ ਨਹਾਉਣਾ, ਪਿੰਡੇ ਵੀ ਨਹਾਉਣਾ, ਪੀਣਾ ਵੀ ਆ ਉਹਦੇ ਚ। ਉਹ ਫਿਰ ਵੱਖੋ ਵੱਖ ਜਿੱਦਾਂ ਘੜੇ ਲੱਗੇ ਹੁੰਦੇ, ਘੜਿਆ ਆਪਣਾ ਇੱਕ ਭਰ ਲਿਆ ਤੇ ਉਹਦੇ ਹਿਸਾਬ ਨਾਲ ਕੋਈ ਬੰਦਾ ਸਿਰ ਇਸ਼ਨਾਨ ਸਵੇਰੇ ਬਾਣੀ ਪੜ੍ਹਨ ਵਾਲਾ ਉੱਠ ਕੇ ਇਸ਼ਨਾਨ ਕਰ ਲੈਂਦਾ ਹੈ। 5 ਲੀਟਰ ਨਾਲ ਹੀ ਨਹਾਉਂਦੇ ਹਾਂ ਤੇ ਜਿਹਦੇ ਨਾਲ 1 ਲੀਟਰ ਨਾਲ ਹੀ ਸਾਰੇ ਸਰੀਰ ਨੂੰ ਗਿੱਲਾ ਕਰ ਲੈਣਾ, ਮੁੜ ਕੇ ਉਹਨੂੰ ਸਾਬਣ ਲਾਉਣਾ ਸਾਰੇ ਨੂੰ, ਫਿਰ ਉਹ 2-3 ਲੀਟਰ ਨਾਲ ਹੌਲੀ ਹੌਲੀ 2-2 ਘੁੱਟਾਂ ਕਰਕੇ ਉਹਨੂੰ ਲਾਉਣਾ। ਤੇ ਮਤਲਬ ਇਸ ਹਿਸਾਬ ਨਾਲ ਹੀ ਬੱਚਤ ਵੀ ਕਰਨੀ। ਉਹ ਆਦੀ ਹੋ ਗਏ ਨਾ ਉਸ ਹਿਸਾਬ ਨਾਲ। ਫਿਰ ਜੇਲ੍ਹ ਦੇ ਵਿੱਚ ਫਿਰ ਮੈਂ ਪਹਿਲਾਂ ਤਾਂ ਇੱਥੇ ਨਾਭੇ ਜੇਲ੍ਹ 'ਚ ਤੇ ਥੋੜ੍ਹੀ ਜਿਹੀ ਆਦਤ ਪੈ ਗਈ ਪੁੱਠੀ ਵੀ ਮੈਨੂੰ ਤਾਸ਼ ਖੇਡਣ ਦੀ ਪੈ ਗਈ। ਉਹ ਫਿਰ ਜਦੋਂ ਮੈਂ ਜੋਧਪੁਰ ਜੇਲ੍ਹ 'ਚ ਗਿਆ ਤੇ ਹਰਮਿੰਦਰ ਸੰਧੂ ਨੇ ਮੈਨੂੰ ਸੱਦ ਲਿਆ ਵੀ ਕਾਕਾ ਗੁਰਮੀਤ ਮੇਰੇ ਕੋਲ ਬਿਸਤਰਾ ਚੁੱਕ ਕੇ ਇੱਥੇ ਲੈ ਆ ਮੇਰੇ ਕੋਲ। ਫਿਰ ਮੈਂ ਉਹਨਾਂ ਕੋਲ ਚਲ ਗਿਆ ਤੇ ਮੈਂ ਜਾਂਦਿਆਂ ਜਦੋਂ ਤਾਸ਼ ਖੇਡਣਾ ਮੈਨੂੰ ਫਿਰ ਉਹਨੇ ਸੱਦ ਲਿਆ। ਆਂਦਾ ਤੂੰ ਤਾਸ਼ ਖੇਡਣੀ ਆ ਤੇ ਚੁੱਕ ਬਿਸਤਰਾ ਭੱਜ ਜਾ ਮੈਥੋਂ। ਮੈਂ ਕਿਹਾ ਨਹੀਂ, ਮੈਂ ਤਾਸ਼ ਛੱਡ ਦਿੰਦਾ। ਫਿਰ ਉਦੋਂ ਫਿਰ ਮੈਨੂੰ ਉਹਨੇ ਆਖਿਆ ਕੁਝ ਸਿੱਖ ਲਾ, ਜੇਲ੍ਹ ਦੇ ਵਿੱਚ ਆਇਆ ਤਾਂ ਇੱਥੇ ਆਪਾਂ ਕੁਝ ਸਿੱਖਣਾ ਤੇ ਕੋਈ ਗਾਂਹ ਵਾਸਤੇ ਸੋਚਣਾ ਹੈ। ਜੋਧਪੁਰ ਜੇਲ੍ਹ 'ਚ ਕਿੰਨੇ ਸਮਾਂ ਰਹੇ ਤੁਸੀਂ? ਮੈਂ ਤਕਰੀਬਨ 4 ਸਾਲ 1 ਮਹੀਨਾ ਉੱਥੇ ਜੋਧਪੁਰ ਜੇਲ੍ਹ 'ਚ ਰਿਹਾ। 4 ਸਾਲ 1 ਮਹੀਨਾ। ਤੇ ਹਰਮਿੰਦਰ ਸੰਧੂ ਦੇ ਬੈਰਕ ਦੇ ਵਿੱਚ ਕਿੰਨੀ ਦੇਰ ਰਹੇ? ਉਹਨਾਂ ਕੋਲ ਮੈਂ ਥੋੜਾ ਸਮਾਂ ਹੀ ਰਿਹਾ ਵਾਂ। ਮੁੜ ਕੇ ਇਹਨਾਂ ਨੇ ਲੀਡਰ ਉਹ ਵੱਖਰੇ ਕਰਤੇ ਸੀ ਜਿਹੜੇ ਜੋਧਪੁਰ ਜੇਲ੍ਹ ਵਾਲਿਆਂ ਨੇ ਨਾ, ਉਹਨਾਂ ਨੇ ਮੁੜ ਕੇ ਲੀਡਰ ਜਿਹੜੇ ਆ ਨਾ ਉਹ ਵੱਖਰੇ ਕਰਤੇ ਤੇ ਸਾਨੂੰ ਫਿਰ ਵੱਖਰਾ ਕਰ ਦਿੱਤਾ ਸੀ। ਮੈਨੂੰ ਕਿੰਨੀ ਕੁ ਦੇਰ ਫੇਰ ਵੀ ਰਹੇ? ਮੇਰਾ ਖਿਆਲ ਕੋਈ 2-4 ਮਹੀਨੇ ਬਾਅਦ ਚੇਂਜ ਕਰਤਾ ਸੀ। ਤੁਸੀਂ ਫਿਰ ਉਦੋਂ ਇੱਕ ਭਰਾ ਵਜੋਂ ਹਰਮਿੰਦਰ ਸੰਧੂ ਨੂੰ ਦੇਖ ਰਹੇ ਸੀ ਜਾਂ ਇੱਕ ਯੋਧੇ ਵਜੋਂ ਹਰਮਿੰਦਰ ਸੰਧੂ ਨੂੰ ਦੇਖ ਰਹੇ ਸੀ? ਨਹੀਂ, ਯੋਧੇ ਵਜੋਂ ਮੈਂ ਬਾਅਦ ਚ ਫਿਰ ਮੈਨੂੰ ਹੌਲੀ ਹੌਲੀ ਜਦੋਂ ਉਹਨਾਂ ਨੇ ਮੈਨੂੰ ਗਾਈਡ ਕਰਨਾ ਸ਼ੁਰੂ ਕੀਤਾ ਨਾ ਵੀ ਗੁਰਮੀਤ ਏਦਾਂ ਨਹੀਂ ਏਦਾਂ ਚੱਲਣਾ, ਏਦਾਂ ਨਹੀਂ ਏਦਾਂ ਚੱਲਣਾ, ਫਿਰ ਮੈਨੂੰ ਪਤਾ ਲੱਗਣਾ ਸ਼ੁਰੂ ਹੋਇਆ ਵੀ ਯਾਰ ਇਹ ਤਾਂ ਬੜੀ ਤਗੜੀ ਚੀਜ਼ ਆ। ਹਰਮਿੰਦਰ ਬਹੁਤ ਵੱਡੀ ਗੱਲ ਹੈ। ਮੈਨੂੰ ਆਮ ਨਹੀਂ, ਪਹਿਲਾਂ ਨਹੀਂ ਨਾ ਪਤਾ। ਜਿਉਂ ਮੈਨੂੰ ਉਹਦੀਆਂ ਗੱਲਾਂ ਸੁਣਨੀਆਂ ਜਾਂ ਬੰਦਿਆਂ 'ਚ ਬੈਠਿਆ ਜਿੰਨੇ ਆਪਣੇ ਜਿੰਨੇ ਆ ਮਹਿਤਾ ਸਾਹਿਬ, ਚਾਵਲਾ ਸਾਹਿਬ, ਵਲਟੋਆ, ਜਿੰਨੇ ਵੀ ਆ, ਹਰਮਿੰਦਰ ਗਿੱਲ, ਵੀ ਜਿੰਨੇ ਵੀ ਆਪਣੇ ਲੀਡਰ ਸੀ ਨਾ ਸਾਰੇ ਹਰਮਿੰਦਰ ਸੰਧੂ ਦੀ ਛਤਰ ਛਾਇਆ ਹੇਠ ਚੱਲਣ ਵਾਲੇ ਬੰਦੇ ਸੀ। ਕਿਸੇ ਨੂੰ ਮੈਂ ਉਹਨਾਂ ਦਿਨਾਂ 'ਚ ਇਹ ਨਹੀਂ ਵੇਖਿਆ ਵੀ ਕੋਈ ਸੰਧੂ ਦਾ ਦਿਮਾਗ ਤੇਜ਼ ਵਾਲਾ ਕੋਈ ਹੋਵੇ ਬੰਦਾ। ਮੈਨੂੰ ਨਹੀਂ ਕੋਈ ਬੰਦਾ ਦਿਸਦਾ। ਕੀ ਗੱਲਾਂ ਬਾਤਾਂ ਹੁੰਦੀਆਂ ਸੀਗੀਆਂ ਤੁਹਾਡੇ ਨਾਲ ਵੀ ਜਾਂ ਜਿਹੜੇ ਹੋਰ ਉਸ ਸਮੇਂ ਦੇ ਫੈਡਰੇਸ਼ਨ ਦੇ ਲੀਡਰ ਸੀਗੇ? ਸੰਧੂ ਸਾਹਿਬ ਕੀ ਗੱਲਾਂ ਕਰਦੇ? ਜ਼ਿਆਦਾ ਮੇਰੇ ਨਾਲ ਕੋਈ ਇੰਨੀਆਂ ਗੱਲਾਂ ਨਹੀਂ ਹੁੰਦੀਆਂ। ਹਰਮਿੰਦਰ ਸੰਧੂ ਹੀ ਜਿਹੜਾ ਮੈਨੂੰ ਆਪਣੇ ਤੌਰ ਤੇ ਜਿਹੜੀ ਮੇਰੇ ਨਾਲ ਕੋਈ ਉਹਨੇ ਗੱਲ ਕਰਨੀ ਇੱਕ ਭਰਾ ਦੇ ਤੌਰ ਤੇ, ਵੀ ਕਈ ਵਾਰੀ ਮੈਨੂੰ ਜਿਵੇਂ ਵੀ ਮੈਂ ਛੋਟਾ ਹੋਣ ਕਰਕੇ ਤੇ ਮੈਂ ਕਈ ਵਾਰੀ ਉਦਾਸ ਨਾ ਹੋਵਾਂ ਜਾਂ ਕਿੱਦਾਂ, ਉਹਨੇ ਮੈਨੂੰ ਫਿਰ ਹੌਲੀ ਹੌਲੀ ਦੱਸਣਾ ਵੀ ਜਾਂ ਕੁਛ ਨਾ ਕੁਛ ਉਹਨੇ ਮੈਨੂੰ ਸਮਝਾਉਂਦੇ ਰਹਿਣਾ ਵੀ ਤੂੰ ਪੜ੍ਹ। ਅਸਲ 'ਚ ਮੈਂ ਨਾ ਦੂਜੇ ਬੰਨੇ ਤੁਰ ਪਿਆ, ਮੈਂ ਆਪਣੀ ਸਿੱਖਣ ਵੱਲ। ਜਿਵੇਂ ਮੈਂ ਜੇਲ੍ਹ ਦੇ ਵਿੱਚ 1100 ਰੁਪਏ ਮਤਲਬ 11 ਬਾਣੀਆਂ ਕੰਠ ਕੀਤੀਆਂ ਸੀ। ਜਪਜੀ ਸਾਹਿਬ, ਜਾਪ ਸਾਹਿਬ, ਸੋਈਏ, ਚੌਪੇ, ਆਨੰਦ ਸਾਹਿਬ, ਰਹਿਰਾਸ, ਕੀਰਤਨ ਸੋਲਾ, ਚੰਡੀ ਦੀ ਵਾਰ, ਆਸਾ ਦੀ ਵਾਰ, ਸੁਖਮਨੀ ਸਾਹਿਬ, ਇਹ ਸਾਰੀਆਂ ਮੈਂ ਕੰਠ ਕੀਤੀਆਂ ਸੀ ਜ਼ਬਾਨੀ। ਫਿਰ ਮੈਂ ਇਹ ਕੰਠ ਕਰਕੇ ਨਾਲ ਹੀ ਫਿਰ ਮੈਂ ਕੀਰਤਨ ਵੀ ਸਿੱਖਿਆ, 100 ਸ਼ਬਦ ਮੈਂ ਕੱਢਿਆ ਸੀ। ਤਬਲਾ ਸਿੱਖਿਆ, ਮੁੜ ਕੇ ਤਬਲਾ ਹੱਲ ਹੋ ਗਿਆ। ਫਿਰ ਗੁਰੂ ਗ੍ਰੰਥ ਸਾਹਿਬ ਦੀ ਸੰਥਿਆ ਕੀਤੀ। ਉਹ ਗੁਰੂ ਗ੍ਰੰਥ ਸਾਹਿਬ ਦੀ ਸੰਥਿਆ ਕਰਨ ਤੋਂ ਬਾਅਦ ਫਿਰ ਅਸੀਂ ਸਹਿਜ ਪਾਠ ਵੀ 5-6 ਕੀਤੇ। ਭਾਗ ਮਿਲ ਜਾਂਦੇ ਸੀ ਮੁੜ ਕੇ ਮਨਜ਼ੂਰੀ ਲੈ ਕੇ ਉੱਥੋਂ ਜੇਲ੍ਹ ਤੋਂ, ਤੇ ਉਹ ਫਿਰ ਬਾਹਰੋਂ ਆ ਜਾਂਦੇ ਸੀ। ਉਹ ਫਿਰ ਸਿੰਘਾਂ ਨੇ ਭਾਗ ਮੰਗਾਏ ਤੇ ਉਸ ਹਿਸਾਬ ਨਾਲ ਪਾਠ ਵੀ ਕਰੀਦਾ 100 ਵਾਂਗ ਰੋਜ਼ ਤੜਕੇ ਉੱਠ ਕੇ ਕਰਕੇ, ਮਤਲਬ ਸਿੱਖਣ ਵੱਲ ਤੁਰ ਪਏ। ਫਿਰ ਜਿਉਂ ਸੰਧੂ ਸਾਹਿਬ ਨੇ ਮੈਨੂੰ ਦਬਕਾ ਮਾਰਿਆ
ਫਿਰ ਮੈਂ ਸਿੱਧਾ ਹੋ ਕੇ ਚੱਲਿਆ। ਫਿਰ ਗੁਰਬਾਣੀ ਪਾਠ ਪਠਨ ਦੇ ਨਾਲ ਤੇ ਜਿਹੜੇ ਸਿੰਘਾਂ ਦੇ ਨਾਲ ਤੁਸੀਂ ਰਹੇ, ਉਹ ਦੋਨਾਂ ਕਰਕੇ ਤੁਹਾਨੂੰ ਆਪਣੀ ਸ਼ਖਸੀਅਤ 'ਚ ਵੀ ਸੁਧਾਰ ਲੱਗਿਆ ਜਾਂ ਹਾਂਜੀ ਬਦਲਾਵ ਹਾਂਜੀ ਲੱਗਿਆ? ਹਾਂਜੀ ਹਾਂਜੀ ਹਾਂਜੀ, ਬਹੁਤ ਸੁਧਾਰ ਆਇਆ ਜ਼ਿੰਦਗੀ 'ਚ, ਬਹੁਤ ਕੁਝ ਸਿੱਖਿਆ ਉੱਥੇ ਜੇਲ੍ਹ ਦੇ ਵਿੱਚ। ਤੇ ਫਿਰ ਮੈਂ ਨਾਲ ਉੱਥੇ ਬੀਏ ਗਿਆਨੀ ਕਰਕੇ ਬੀਏ ਕੀਤੀ। ਪਹਿਲਾਂ 2 ਸਾਲ ਦਾ ਉੱਥੇ ਨਿਕਲਿਆ ਸੀ ਪੰਜਾਬ ਯੂਨੀਵਰਸਿਟੀ ਦੇ ਉੱਤੇ। ਗਿਆਨੀ ਕਰਕੇ, ਜਿਹੜਾ ਬੰਦਾ ਗਿਆਨੀ ਕਰ ਸਕਦਾ ਉਹ ਸਿੱਧਾ ਸੈਕੰਡ ਈਅਰ ਕਰ ਸਕਦਾ ਇੰਗਲਿਸ਼ ਦੀ। ਉਹ ਫਿਰ ਮੈਂ ਕੀਤੀ, ਇੰਗਲਿਸ਼ ਦੀ ਬੀਏ ਕੀਤੀ। ਮੁੜ ਕੇ ਫਿਰ ਮੈਂ ਐਮਏ ਵਾਸਤੇ ਭਰੇ ਸੀ। ਇੱਕ ਹੁੰਦੀ ਹੈ ਇਕਨੋਮਿਕਸ ਤੇ ਇੱਕ ਹੋਰ ਸਬਜੈਕਟ ਸੀ 2। ਤੇ ਉਹ ਫਿਰ ਇੱਕ ਪੇਪਰ ਤਾਂ ਵਧੀਆ ਹੋ ਗਿਆ ਤੇ ਦੂਜੇ ਪੇਪਰ 'ਚ ਮੈਨੂੰ ਬੁਖਾਰ ਹੀ ਇੰਨਾ ਹੋ ਗਿਆ ਵੀ ਮੈਂ ਉਹ ਪੇਪਰ ਦੇ ਨਹੀਂ ਸਕਿਆ। ਫਿਰ ਉਹ ਮੇਰੀ ਐਮਏ ਦਾ ਸੁਪਨਾ ਜਿਹੜਾ ਉਹ ਰਹਿ ਗਿਆ। ਮੈਨੂੰ ਇਹ ਵੀ ਐਮਏ ਕਰ ਲੈਨੇ ਆ। ਹਰਮਿੰਦਰ ਸੰਧੂ ਬਾਰੇ ਕੁਝ ਹੋਰ ਦੱਸੋ, ਕਿਉਂਕਿ ਬੜੀਆਂ ਗੱਲਾਂ ਹਰਮਿੰਦਰ ਸੰਧੂ ਬਾਰੇ ਸੁਣਨ ਨੂੰ ਮਿਲਦੀਆਂ ਨੇ। ਕਿਵੇਂ ਦੀ ਸ਼ਖਸੀਅਤ ਸੀ, ਜਾਂ ਕਿਵੇਂ ਦਾ ਤੁਹਾਨੂੰ ਲੱਗਦਾ ਵੀ ਉਸ ਬੰਦੇ ਦੀ ਜਾਨ ਨਾਲ ਹੈ ਜਿਹੜਾ ਘਾਟਾ ਪਿਆ? ਹਰੇਕ ਦੇ ਜਾਨ ਨਾਲ ਹੀ ਪੈਂਦਾ, ਪਰ ਪੰਥਕ ਤੌਰ ਤੇ, ਕੌਮੀਅਤ ਤੌਰ ਤੇ ਉਸ ਬੰਦੇ ਦਾ ਕਿਵੇਂ ਘਾਟਾ ਪਿਆ? ਨਹੀਂ, ਹਰਮਿੰਦਰ ਸਿੰਘ ਸੰਧੂ ਦੀ ਜਿਹੜੀ ਹੈ ਨਾ, ਉਹਦੇ ਬਾਰੇ ਮਤਲਬ ਵੀ ਮਤਲਬ ਇਹ ਨਹੀਂ ਉਹਨੂੰ, ਮਤਲਬ ਜਿਵੇਂ ਨਾ ਪੰਥ ਪ੍ਰਤੀ ਜਿਹੜੀ ਉਹਦੇ ਵਿੱਚ ਬੜੀ ਤਕੜੀ ਸੋਚ ਸੀ ਵੀ ਉਹ ਹਰ ਵਕਤ ਇਹੋ ਹੀ ਹੁੰਦਾ ਹੈ ਵੀ ਕੋਈ ਮਤਲਬ ਜਿਹੜਾ ਉਹ ਪੰਥ ਨੂੰ, ਮਤਲਬ ਆਪਣੀ ਕੌਮ ਨੂੰ ਜਿਹੜਾ ਉਹ ਕਿੱਦਾਂ ਚੁੱਕਣਾ। ਤਾਂ ਉਹਦੇ ਮਨ 'ਚ ਇਹ ਵੀ ਜਿਹੜਾ ਆਪਣਾ ਸਿੱਖਾਂ ਦੀ ਜਿਹੜਾ ਆਪਣਾ ਘਰ ਹੋਵੇ, ਵੱਖਰਾ ਘਰ ਹੋਵੇ ਜਿਹਦੇ ਵਿੱਚ ਆਪਾਂ ਆਜ਼ਾਦੀ ਨਾਲ ਰਹਿ ਸਕੀਏ, ਉਹਦੀ ਇਹੋ ਜਿਹੀ ਸੋਚ ਸੀ। ਜਿਵੇਂ ਮੰਨ ਲਓ ਇਹ ਜੇਲ੍ਹ ਦੇ ਵਿੱਚੋਂ ਵੀ ਇਹਨਾਂ ਨੂੰ ਹਰਮਿੰਦਰ ਸੰਧੂ ਤੇ ਭਾਈ ਮਨਜੀਤ ਸਿੰਘ ਨੂੰ ਜਦੋਂ ਪ੍ਰਧਾਨ ਬਣਾਇਆ, ਇਹਨਾਂ ਨੇ ਮੰਨ ਲਿਆ। ਉੱਥੇ ਅਜੇ ਹੋਰ ਬੰਦੇ ਜਿਹੜੇ ਸਾਥੀ ਸੰਧੂ ਦੇ ਨਾਲ ਨਹੀਂ ਚਾਹੁੰਦੇ, ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦਾ, ਹਾਂਜੀ, ਨਹੀਂ ਚਾਹੁੰਦੇ ਵੀ ਸਿੰਘ ਕਿਹੜੇ, ਹਾਂਜੀ ਮਨਜੀਤ ਸਿੰਘ, ਭਾਈ ਮਨਜੀਤ ਸਿੰਘ ਆ ਜਿਹੜੇ ਹੁਣ ਨੇ ਮੈਂਬਰ ਸ਼੍ਰੋਮਣੀ ਕਮੇਟੀ, ਭਾਈ ਅਮਰੀਕ ਸਿੰਘ ਉਹਨਾਂ ਦੇ, ਹਾਂਜੀ ਹਾਂਜੀ ਹਾਂਜੀ। ਪਹਿਲਾਂ ਦੂਸਰੇ ਬੰਦੇ ਤੇ ਨਹੀਂ ਚਾਹੁੰਦੇ ਉਹਨੂੰ ਪ੍ਰਧਾਨ ਬਣਦਾ। ਹਰਮਿੰਦਰ ਸੰਧੂ ਨੇ ਫਿਰ ਕਿਹਾ, ਉਹਨੇ ਆਖਿਆ ਨਹੀਂ, ਤੁਸੀਂ ਆਪਾਂ ਜੇਲ੍ਹ 'ਚ ਬੈਠੇ ਆ, ਅਜੇ ਭਾਈ ਮਨਜੀਤ ਸਿੰਘ ਨੂੰ ਪ੍ਰਧਾਨ ਮੰਨੋ। ਕਿਉਂਕਿ ਜਿਹੜੀ ਸੰਗਤ ਹੈ ਨਾ, ਜਿਹੜੀ ਆਮ ਆਪਣੇ ਪੰਜਾਬ ਦੀ ਜਾਂ ਜਿਹੜੇ ਆਪਣੇ ਸਿੱਖ ਪੰਥਕ ਲੋਕ ਨੇ, ਉਹ ਚਾਹੁੰਦੇ ਨੇ ਵੀ ਭਾਈ ਮਨਜੀਤ ਸਿੰਘ, ਭਾਈ ਅਮਰੀਕ ਸਿੰਘ ਦਾ ਭਰਾ ਸੰਤ ਕਰਤਾਰ ਸਿੰਘ ਦਾ ਪੁੱਤਰ ਹੋਣ ਕਰਕੇ ਉਹ ਜਿਹੜੀ ਸੰਗਤ ਦਾ ਰੁਝਾਨ ਜਿਹੜਾ ਉਹਨਾਂ ਦੇ ਨਾਲ ਹੈ, ਤੇ ਤੁਹਾਨੂੰ ਫੈਡਰੇਸ਼ਨ ਦੇ ਪ੍ਰਧਾਨ ਜਿਹੜਾ ਭਾਈ ਮਨਜੀਤ ਸਿੰਘ ਨੂੰ ਮੰਨਣਾ ਚਾਹੀਦਾ। ਬਾਹਰ ਜਦੋਂ ਜਾਵਾਂਗੇ ਫਿਰ ਉਹਦਾ ਹਾਲਾਤ ਜਿੱਦਾਂ ਵੀ ਹੋਣਗੇ ਉਹ ਦੇਖੀ ਜਾਊਗੀ। ਉਹ ਫਿਰ ਦੂਸਰੇ ਬੰਦੇ ਸਾਥੀ ਪਹਿਲਾਂ ਮੰਨਦੇ ਨਹੀਂ, ਫਿਰ ਉਹਨਾਂ ਨੇ ਹਰਮਿੰਦਰ ਸੰਧੂ ਦੇ ਗ੍ਰਸਣ ਕਰਕੇ ਭਾਈ ਮਨਜੀਤ ਸਿੰਘ ਨੂੰ ਫੈਡਰੇਸ਼ਨ ਦਾ ਪ੍ਰਧਾਨ ਮੰਨਿਆ। ਤੇ ਉਹਦੇ ਮੁਤਾਬਕ ਫਿਰ ਜਿਹੜਾ ਚੱਲਦੇ ਰਹੇ ਨੇ। ਜਾਂ ਜਦੋਂ CBI ਨੇ 1-2 ਵਾਰੀ ਉਹਨਾਂ ਨੂੰ ਖੜਿਆ, ਤਾਂ ਹਰਮਿੰਦਰ ਸੰਧੂ ਜਦੋਂ ਆਉਂਦੇ ਸੀ ਨਾ, ਉਦੋਂ ਫਿਰ ਮੈਨੂੰ ਦੱਸਣਾ, ਉਹਨਾਂ ਆਖਣਾ ਗੁਰਮੀਤ ਸਾਨੂੰ ਅੱਜ ਖੜਿਆ ਸੀ, ਤੇ ਉਹਨਾਂ ਨੇ ਬਕਾਇਦਾ ਸਾਨੂੰ ਸਲੂਟ ਮਰਵਾਉਣੇ ਵੀ ਮਤਲਬ ਇਹਨਾਂ ਨੂੰ ਕਿਸੇ ਤਰੀਕੇ ਨਾਲ ਨਾ ਇਹਨਾਂ ਨੂੰ ਭੱਜੇ 'ਚ ਲਿਆ ਕੇ ਤੇ ਇਹਨਾਂ ਕੋਲ ਕੁਛ ਲਿਖਾ ਲਿਆ ਜਾਵੇ। ਤੇ ਆਂਦੇ ਵੀ ਮੈਂ ਉਹਨਾਂ ਨੂੰ ਕਹਿਣਾ ਵੀ ਅਸੀਂ ਮਤਲਬ ਕੁਝ ਨਹੀਂ ਲਿਖ ਕੇ ਦੇ ਸਕਦੇ ਤੁਹਾਨੂੰ ਆਪਣੀ ਕੌਮ ਦੇ ਪ੍ਰਤੀ, ਅਸੀਂ ਸਿਰਫ ਅਸੀਂ ਆਪਣੇ ਹੱਕ ਜਿਹੜੇ ਆ ਉਹ ਲਵਾਂਗੇ। ਇਹੋ ਜਿਹੀ ਸੋਚ ਉਹਨਾਂ ਦੀ, ਇਹੋ ਜਿਹੀ ਸੋਚ ਸੀ। ਕਿਉਂਕਿ ਹਰਮਿੰਦਰ ਸੰਧੂ ਮਤਲਬ ਇੰਗਲਿਸ਼ 'ਚ ਤੇ ਦਿਮਾਗ ਪੱਖੋਂ ਬਹੁਤ ਤੇਜ਼ ਤਰਾਰ ਦਿਮਾਗ। ਮੈਂ ਤਾਂ ਅੱਜ ਤੱਕ ਜਿੰਨੀ ਹੁਣ ਮੇਰੀ ਜੀਵਨ ਹੋ ਗਿਆ, ਜ਼ਿੰਦਗੀ ਹੋ ਗਈ ਆ, ਤੇ ਮੈਂ ਇੱਕ ਟੌੜਾ ਸਾਹਿਬ ਸ਼੍ਰੋਮਣੀ ਕਮੇਟੀ ਦੇ ਜਿਹੜੇ ਪ੍ਰਧਾਨ ਰਹੇ ਨੇ, ਜਾਂ ਮੈਂ ਬਾਦਲ ਸਾਹਿਬ ਦਾ ਮੈਂ ਵੇਖਿਆ, ਵੱਡੇ ਬਾਦਲ ਸਾਹਿਬ ਜਿਹੜੇ, ਉਹਨਾਂ ਦਾ ਬਹੁਤ ਦਿਮਾਗ ਤੇਜ਼ ਹੈ, ਤੇ ਜਾਂ ਮੈਂ ਹਰਮਿੰਦਰ ਸੰਧੂ ਦਾ ਵੇਖਿਆ। ਅੱਜ ਤੱਕ ਮੈਂ ਹੋਰ ਕੋਈ ਦਿਮਾਗ ਤੇਜ਼ ਵੇਖਿਆ ਨਹੀਂ ਗਿਆ। ਭਾਈ ਸਾਹਿਬ, ਵਿੱਚ ਆਪਾਂ ਭਾਈ ਹਰਮਿੰਦਰ ਸਿੰਘ ਸੰਧੂ ਵੱਲ ਹੋ ਤੁਰੇ। ਤੁਹਾਡੀ ਪੈਰਵਾਈ ਤੁਸੀਂ ਕਹਿੰਦੇ ਹੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਦੀ ਹੈ, ਨਾਭਾ ਜੇਲ੍ਹ ਦੇ ਵਿੱਚ ਵੀ, ਜੋਧਪੁਰ ਜੇਲ੍ਹ ਦੇ ਵਿੱਚ ਵੀ। ਤੁਸੀਂ ਉੱਥੇ ਰਿਹਾ ਕਿਵੇਂ ਹੁੰਦੇ ਹੋ ਜੋਧਪੁਰ ਜੇਲ੍ਹ ਦੇ ਵਿੱਚ, ਤੇ ਉਸ ਰਿਹਾ ਹੋਣ ਦੇ ਪਿੱਛੇ ਕਾਰਨ ਕੀ ਸੀਗੇ? ਕਿਹਨੇ ਤੁਹਾਡੀ ਪੈਰਵਾਈ ਕੀਤੀ ਉੱਥੇ ਜੋਧਪੁਰ ਜੇਲ੍ਹ ਦੇ ਵਿੱਚ, ਜਿਸ ਕਰਕੇ ਤੁਸੀਂ ਰਿਹਾ ਹੋ ਸਕੇ? ਇਹਦੇ ਬਾਰੇ ਤੇ ਇੰਨਾ ਕੁ ਸੁਣਿਆ ਹੈ ਵੀ ਰਾਜੀਵ ਲੋਂਗੋਵਾਲ ਦਾ ਕੋਈ ਸਮਝੌਤਾ ਹੋਇਆ, ਉਹਦੇ ਤਹਿਤ ਕੋਈ ਰਿਹਾਈ ਹੋਈ ਹੈ। ਠੀਕ ਹੈ, ਜ਼ਿਆਦਾ ਨਹੀਂ ਮੈਨੂੰ ਇਹਦੇ ਬਾਰੇ ਪਤਾ, ਇੰਨਾ ਕੁ ਪਤਾ। ਤੁਸੀਂ ਜਾਣਨ ਦੀ ਵੀ ਕੋਸ਼ਿਸ਼ ਨਹੀਂ ਕੀਤੀ ਵੀ ਤੁਸੀਂ ਰਿਹਾ ਹੋਗੇ ਤੇ ਉਹਦੇ ਕਾਰਨ ਕੀ ਰਹੇ? ਨਹੀਂ, ਅਜੇ ਮਤਲਬ ਇੰਨੇ ਟ੍ਰੇਨਡ ਵੀ ਨਹੀਂ ਹੋਏ ਵੀ ਅਜੇ ਆਸਤੇ ਹੈ ਨਾ ਵੀ ਹੁਣ ਬਾਹਰ ਆਣ ਕੇ ਤੇ ਇਸ ਪਾਸੇ ਤੁਰਨਾ ਹੈ। ਤੋ ਜਿਹੜਾ ਸਾਰਾ ਕੀਤੀ ਖੋਜ ਪੈ ਗਈ ਹਿਸਾਬ ਨਾਲ ਵੀ ਮੇਰੇ ਮਨ 'ਚ ਭਾਵਨਾ ਹੈ ਵੀ ਚਲੋ ਹੁਣ ਉਹਨਾਂ ਨੇ ਇਸ ਹਿਸਾਬ ਨਾਲ ਸਾਨੂੰ ਟ੍ਰੇਨਡ ਕਰਨਾ ਹੈ, ਆਸਤੇ ਸਮਾਂ ਆਉਣਾ ਹੈ, ਫੇਰ ਪਤਾ ਲੱਗਣਾ ਹੈ। ਉਹ ਫਿਰ ਉਹਨਾਂ ਦੇ ਮਰਨ ਤੋਂ ਬਾਅਦ ਮੇਰੇ ਮਾਂ ਪਿਓ ਮੈਨੂੰ ਫਿਰ ਪਿੰਡ ਲੈ ਗਏ ਵਾਪਸ, ਤੇ ਉਹਨਾਂ ਨੇ ਵੇਖਿਆ ਵੀ ਹੁਣ ਇਹ ਸੰਧੂ ਹੁੰਦਾ ਤੇ ਫਿਰ ਚਲੋ ਆਪੇ ਇਹ ਆਪਣੇ ਹਿਸਾਬ ਨਾਲ ਚੱਲਿਆ ਰਹਿੰਦਾ।
ਤੇ ਹੁਣ ਮੌਜੂਦਾ ਸਮੇਂ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਬਤੌਰ ਸਕੱਤਰ ਆਪਣੀ ਭੂਮਿਕਾ ਸੇਵਾਵਾਂ ਨਿਭਾ ਰਹੇ ਹੋ। ਹਾਂਜੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਕਿਵੇਂ ਆਉਣ ਹੁੰਦਾ ਫਿਰ ਮੇਰੇ ਪਿਤਾ ਜੀ ਆਖਣ ਲੱਗੇ ਵੀ ਕਾਕਾ ਤੂੰ ਹੁਣ ਸ਼੍ਰੋਮਣੀ ਕਮੇਟੀ 'ਚ ਨੌਕਰੀ ਤੇ ਲੱਗ ਜਾ। ਪਰ ਉਦੋਂ ਮੇਰੇ ਦਿਮਾਗ 'ਚ ਬਹੁਤ ਫਤੂਰ ਸੀ। ਮੈਂ ਕਿਹਾ ਮੈਂ ਨਹੀਂ ਕਾਲੀਆਂ ਦੀ ਨੌਕਰੀ ਕਰਨੀ, ਤੇ ਮੈਂ ਕਿਹਾ ਵੀ ਮੈਂ ਆਪਣੇ ਹਿਸਾਬ ਨਾਲ ਚੱਲਣਾ, ਮੈਂ ਨੌਕਰੀ ਨਹੀਂ ਕੋਈ ਵੀ ਕਰਨੀ। ਕਿਉਂਕਿ ਥੋੜਾ ਜਿਹਾ ਫਿਰ ਉਹ ਮਾਂ ਪਿਓ ਨੇ ਮੈਨੂੰ ਨਿਕਲ ਨਹੀਂ ਦਿੱਤਾ। ਅਸਲ 'ਚ ਮੈਨੂੰ ਆਂਦੇ ਵੀ ਕਾਕਾ ਜੇ ਤੂੰ ਨੌਕਰੀ ਨਹੀਂ ਕਰਨੀ ਤੇ ਚੱਲ ਫਿਰ ਆਪਾਂ ਕਣਕ ਦੀ ਵਾਢੀ ਆਈ ਹੈ ਤੇ ਵਾਢੀ ਕਰਦੇ ਆ। ਉਹ ਫਿਰ ਜਦੋਂ ਵਾਢੀ ਕੀਤੀ ਥੋੜਾ ਚਿਰ, ਤੇ ਫਿਰ ਮੈਂ ਵੇਖਿਆ ਵੀ ਹੁਣ ਤੇ ਜੇਲ੍ਹ ਕੱਟੀ ਹੈ, ਸਰੀਰ ਨਹੀਂ ਮੰਨਦਾ। ਪਹਿਲਾਂ ਆਪਣਾ ਕਾਇਮ ਸੀ ਸਰੀਰ, ਮੁੰਡੇ ਖੁੰਡੇ ਨੌਜਵਾਨ ਸੀ ਉਦੋਂ, ਨਹੀਂ ਕੋਈ ਗੱਲ, ਪਹਿਲਾਂ ਵੀ ਕਰਦੇ ਹਾਂ ਵਾਢੀ, ਪਰ ਨਹੀਂ ਸਰੀਰ ਮੰਨਿਆ। ਤੇ ਫਿਰ ਮੈਨੂੰ ਬਜ਼ੁਰਗ ਨੇ ਆਖਿਆ ਵੀ ਹੁਣ ਦੱਸ ਨੌਕਰੀ ਕਰਨੀ ਕਿ ਕੰਮ ਕਰਨਾ ਘਰ ਦਾ। ਤੇ ਫਿਰ ਮੈਂ ਮੰਨਿਆ ਵੀ ਚਲੋ ਨੌਕਰੀ ਕਰ ਲੈਂਦੇ ਹਾਂ। ਫਿਰ ਅਸੀਂ ਟੌੜਾ ਸਾਹਿਬ ਨੂੰ ਸਿੱਧਾ ਮਿਲਣ ਗਏ, ਉੱਥੇ ਪਿੰਡ ਟੌੜੇ, ਤੇ ਉੱਥੇ ਮਿਲੇ ਨਾ, ਤੇ ਉਹ ਪਟਿਆਲੇ ਸੀ। ਉੱਥੇ ਸਰਦਾਰ ਗੁਰਦਰਸ਼ਨ ਸਿੰਘ ਜਿਹੜੇ ਐਡੀਸ਼ਨਲ ਸੈਕਟਰੀ ਰਿਟਾਇਰ ਹੋਏ ਨੇ, ਉਹ ਫਿਰ ਮੈਨੂੰ ਮਿਲੇ ਤੇ ਮੈਨੂੰ ਵੇਖ ਕੇ ਮੈਨੂੰ ਆਂਦੇ ਵੀ ਗੁਰਮੀਤ ਮੈਂ ਟੌੜਾ ਸਾਹਿਬ ਨੂੰ ਕਹਿਦਾ। ਮੈਂ ਉਹਨਾਂ ਨੂੰ ਕਿਹਾ ਵੀ ਮੇਰੇ ਪਿਤਾ ਜੀ ਆਂਦੇ ਵੀ ਅਸੀਂ ਆਪਣੇ ਦਾਦਾ ਜੀ, ਤੇਰੇ ਦਾਦਾ ਜੀ ਦਾ ਜਦੋਂ ਨਾਂ ਲਿਆ ਤੇ ਟੌੜਾ ਸਾਹਿਬ ਨੇ ਤੇ ਨਾ ਹੀ ਨਹੀਂ ਕਰਨੀ। ਉਹ ਗੱਲ ਹੋਈ, ਮੈਂ ਐਪਲੀਕੇਸ਼ਨ ਲਿਖ ਕੇ ਖੜੀ ਵੀ ਮੈਨੂੰ ਗੁਰਦੁਆਰਾ, ਮੈਂ ਗ੍ਰੈਜੂਏਟ ਪਾਸ ਹਾਂ ਤੇ ਮੈਨੂੰ ਗੁਰਦੁਆਰਾ ਇੰਸਪੈਕਟਰ ਦੀ ਡਿਊਟੀ ਦਿੱਤੀ ਜਾਵੇ। ਤੇ ਉਹ ਮੁੜ ਕੇ ਜਦੋਂ ਉਹ ਗੁਰਦਰਸ਼ਨ ਸਿੰਘ ਨੂੰ ਮੈਂ ਨਾ ਕਰਤੀ, ਮੈਂ ਕਿਹਾ ਮੈਨੂੰ ਇੱਕ ਵਾਰੀ ਟੌੜਾ ਸਾਹਿਬ ਨੂੰ ਆਪਣੇ ਤੌਰ ਤੇ ਮਿਲ ਲੈਂਦੇ। ਫਿਰ ਮੈਂ ਤੇ ਮੇਰੇ ਪਿਤਾ ਜੀ ਨੂੰ ਅਸੀਂ ਸਲਿੱਪ ਘੱਲੀ, ਅੰਦਰ ਉਹਨਾਂ ਸੱਦ ਲਿਆ ਤੇ ਮੈਨੂੰ ਆਂਦੇ ਵੀ ਪਿਤਾ ਜੀ ਆਂਦੇ ਵੀ ਮੈਂ ਜੀ ਬੁੱਟਰ ਸਾਹਿਬ ਦਾ ਲੜਕਾ ਹਾਂ। ਤੇ ਮੈਂ ਫਿਰ ਉਹਨਾਂ ਇੰਨੀ ਕੁ ਗੱਲ ਕਹੀ ਫਤਿਹ ਬੁਲਾ ਕੇ, ਤੇ ਮੈਂ ਅੱਗੋਂ ਗੱਲ ਮੈਂ ਕਵਰ ਕਰ ਲਈ। ਮੈਂ ਜੀ ਮੈਂ ਉਹਨਾਂ ਦਾ ਪੋਤਰਾ ਹਾਂ ਤੇ ਮੈਂ ਤੁਹਾਡੇ ਨਾਲ ਜੋਧਪੁਰ ਜੇਲ੍ਹ 'ਚ ਵੀ ਰਿਹਾ ਜੀ, ਮੈਂ BA ਪਾਸ ਕੀਤੀ ਹੈ ਜੀ, ਤੇ ਮੈਂ ਕਿਹਾ ਮੈਨੂੰ ਕਿਤੇ ਸਰਕਾਰੀ ਨੌਕਰੀ 'ਚ ਦਵਾਓ ਜੀ। ਮੈਂ ਇਸ ਸ਼੍ਰੋਮਣੀ ਕਮੇਟੀ ਦੀ ਫੇਰ ਦੀ ਗੱਲ ਕੀਤੀ, ਉੱਥੇ ਫਿਰ ਮੈਂ ਬਦਲ ਗਿਆ। ਮੈਂ ਜੀ ਮੈਨੂੰ ਸਰਕਾਰੀ ਨੌਕਰੀ ਕਿਤੇ ਦਵਾਓ। ਟੌੜਾ ਸਾਹਿਬ ਆਂਦੇ ਕਾਕਾ ਸਰਕਾਰ ਕਿੱਥੇ ਨੌਕਰੀਆਂ ਦਿੰਦੀ ਆ, ਬਹੁਤ ਨੌਜਵਾਨ ਤੁਰੇ ਫਿਰਦੇ ਆ, ਤੂੰ ਲਿਖ ਐਪਲੀਕੇਸ਼ਨ, ਮੈਂ ਤੈਨੂੰ ਦਿੰਦਾ ਨੌਕਰੀ। ਉਹ ਫਿਰ ਮੈਂ ਲਿਖ ਕੇ ਖੜੀ, ਮੈਂ ਕੱਢ ਕੇ ਗਾੜੀ ਰਾਤੀ, ਮੈਂ ਲਓ ਜੀ। ਤੇ ਉਸੇ ਵੇਲੇ ਉਹਨਾਂ ਆਗਿਆ ਕਰਤੀ ਆ, ਆਗਿਆ 1 ਮਿੰਟ ਲਾਇਆ ਉਹਨਾਂ। ਤੇ ਫਿਰ ਮੈਂ ਉਹਨਾਂ ਨੂੰ, ਫਿਰ ਜਦੋਂ ਉਹਨਾਂ ਨੂੰ ਦੱਸਿਆ ਵੀ ਮੇਰੇ ਦਾਦਾ ਜੀ ਸੀ ਅਮਰ ਸਿੰਘ ਬੁੱਟਰ, ਤੇ ਫਿਰ ਉਹਨਾਂ 10 ਮਿੰਟ ਟਾਈਮ ਲਾਇਆ। ਮੈਨੂੰ ਆਂਦੇ ਵੀ ਉਹ ਤਾਂ ਬਹੁਤ ਬਾਣੀ ਪੜ੍ਹਦੇ ਸੀ, ਸਵੇਰੇ ਤਾਂ 4 ਵਜੇ ਉੱਠ ਕੇ ਉਹਨਾਂ ਨੇ ਆਪ ਵੀ ਬਾਣੀ ਪੜ੍ਹਨੀ ਸ਼ੁਰੂ ਕਰ ਦੇਣੀ, ਨਾਲ ਸਾਰੇ ਪਰਿਵਾਰ ਨੂੰ ਉਠਾ ਕੇ ਬਾਣੀ ਪੜ੍ਹਨ ਲਾ ਦੇਣਾ। ਫਿਰ ਉਸ ਤੋਂ ਬਾਅਦ ਕੀਰਤਨ ਕਰਨਾ। ਮੈਨੂੰ ਤੁਹਾਡੇ ਘਰ ਮੌਕਾ ਮਿਲਿਆ ਕਾਫੀ ਵਾਰੀ ਜਾਣ ਦਾ, ਮਤਲਬ ਬੜੀ ਸਿਫਤ ਕੀਤੀ ਉਹਨਾਂ 10-15 ਮਿੰਟ। ਤੇ ਫਿਰ ਮੈਨੂੰ ਉਹਨਾਂ ਨੇ ਨੌਕਰੀ ਦੇਣ ਲੱਗਾ 1 ਮਿੰਟ ਲਾਇਆ ਤੇ ਵੀ ਆ ਲੈ ਆਗਿਆ ਕਰਤੀ ਆ, ਤੇ ਫਿਰ ਕਿਤੇ ਲੋੜ ਹੋਵੇ ਤੇ ਮੈਨੂੰ ਦੱਸਣਾ। ਉਸ ਤੋਂ ਬਾਅਦ ਮੈਂ ਨਹੀਂ ਮੁੜ ਕੇ ਮੱਥੇ ਲੱਗਿਆ। ਹੋ ਸਕਦਾ ਵੀ ਮੈਂ ਤਰੱਕੀ ਕਰ ਜਾਂਦਾ ਜਿਆਦਾ। ਤੁਹਾਨੂੰ ਕੋਈ ਆਸਰਾ ਲੱਗਦਾ ਵੀ ਜਦੋਂ ਤੁਸੀਂ ਜੇਲ੍ਹਾਂ ਦੇ ਵਿੱਚ ਸੀ ਉਦੋਂ ਸ਼੍ਰੋਮਣੀ ਕਮੇਟੀ ਤੁਹਾਡੇ ਪਰਿਵਾਰ ਨੂੰ ਲੈ ਕੇ ਜਾਂਦੀ ਸੀ, ਤੁਹਾਡੀ ਅਦਾਲਤਾਂ ਦੇ ਵਿੱਚ ਪੈਰਵਾਈ ਕਰਦੀ ਸੀ, ਤੇ ਉਸ ਤੋਂ ਬਾਅਦ ਵੀ ਤੁਹਾਨੂੰ ਜਿਹੜਾ ਹੈ ਇੱਥੇ ਕਾਰਜ ਵੀ ਦਿੱਤਾ, ਸੇਵਾ ਵੀ ਦਿੱਤੀ, ਤੁਹਾਨੂੰ ਲੱਗਦਾ ਵੀ ਕਮੇਟੀ ਦਾ ਕੋਈ ਆਸਰਾ ਜਿਹੜਾ ਇਸ ਸਾਰੇ ਜੀਵਨ ਦੇ ਵਿੱਚ ਰਿਹਾ ਜਾਂ ਵੱਡਾ ਸਹਿਯੋਗ ਰਿਹਾ? ਬਿਲਕੁਲ ਜੀ ਬਿਲਕੁਲ, SGPC ਦਾ ਬਹੁਤ ਵੱਡਾ ਸਹਿਯੋਗ ਰਿਹਾ। SGPC ਨੇ ਸਾਡੇ ਸਾਰੇ ਕੇਸਾਂ ਦੀ ਪੈਰਵਾਈ ਉਹਨਾਂ ਨੇ ਕੀਤੀ ਹੈ। ਤੇ ਜੇ ਕੁਛ 40 ਬੰਦਿਆਂ ਨੂੰ ਪੈਸੇ ਮਿਲੇ ਆ ਤੇ 11-11 ਲੱਖ ਰੁਪਈਆ, ਤੇ ਉਹ ਸਾਨੂੰ ਮਿਲ ਗਿਆ। ਤੇ ਕਾਫੀ ਬੰਦੇ ਰਹਿੰਦੇ ਆ ਅੱਗੇ, ਅਜੇ ਕੇਸ ਚੱਲ ਰਿਹਾ, ਅਜੇ ਵੀ SGPC ਗਾਂ ਉਹਨਾਂ ਦੀ ਹੈਲਪ ਕਰ ਰਹੀ ਹੈ, ਕੇਸ ਲੜ ਰਹੀ ਹੈ। ਤੇ ਜੇ ਅਸੀਂ ਸਾਡੇ ਵੱਸ ਹੁੰਦਾ ਤਾਂ ਅਸੀਂ ਕੁਛ ਵੀ ਨਹੀਂ ਕਰ ਸਕਦੇ। ਤੇ ਇਹ ਬੜੀ ਤਕੜੀ ਗੱਲ ਹੈ ਜੇ ਉਹਨਾਂ ਨੇ ਸਾਨੂੰ ਨੌਕਰੀ ਦੇ ਕੇ ਵੀ ਨਿਵਾਜਿਆ। ਤੇ ਮੇਰੇ ਤੋਂ ਪਹਿਲਾਂ ਵੀ ਜਿਹੜੇ ਬੰਦੇ ਜਿਹੜੇ ਮੁਲਾਜ਼ਮ ਇੱਥੋਂ ਜਿਹੜੇ ਬੰਦੇ ਫੜੇ ਗਏ ਸੀ ਤੇ ਉਹ ਮੁਲਾਜ਼ਮ ਸੀ, ਉਦੋਂ ਵੀ ਸ਼੍ਰੋਮਣੀ ਕਮੇਟੀ ਨੇ ਉਹਨਾਂ ਨੂੰ ਸਪੈਸ਼ਲ ਤਰੱਕੀਆਂ 4-4 5-5 ਦਿੱਤੀਆਂ ਨੇ। ਤੁਸੀਂ ਗੱਲ ਕਰਦੇ ਹੋ ਕਿ ਜੋਧਪੁਰ ਜੇਲ੍ਹ ਦੇ ਵਿੱਚ ਤੁਸੀਂ ਟੌੜਾ ਸਾਹਿਬ ਨੂੰ ਮਿਲੇ ਸੀਗੇ, ਉਹਨਾਂ ਨਾਲ ਵੀ ਕੋਈ ਰਾਬਤਾ ਰਿਹਾ, ਕੋਈ ਪੰਥਕ ਵਿਚਾਰ ਦਾ ਜਾਂ ਉਹਨਾਂ ਦੀ ਸੰਗਤ ਮਾਨਣ ਦਾ ਨਿਕਲ ਲਿਆ? ਹਾਂਜੀ, ਉਹ ਤਰੀਕ ਜਦੋਂ ਹੁੰਦੀ ਸੀ ਨਾ, ਤਰੀਕ ਦੇ ਵਿੱਚ ਟੌੜਾ ਸਾਹਿਬ ਮਿਲਦੇ ਸੀ। ਉਹ ਵੀ ਹਰਮਿੰਦਰ ਸੰਧੂ ਬੁਲਾਉਂਦੇ ਸੀ, ਤੇ ਤਾਂ ਥੋੜਾ ਜਿਹਾ ਲਾਗੇ ਜੰਗਲੀ ਦੇ ਆ ਜਾਣਾ। ਤੇ ਟੌੜਾ ਸਾਹਿਬ ਨੇ ਆਖਣਾ, ਉਹ ਮੁੰਡਿਓ ਤੁਹਾਡਾ ਖੂਨ ਗਰਮ ਆ, ਤੁਹਾਡੇ ਨਾਲ ਅਸੀਂ ਨਹੀਂ ਚੱਲ ਸਕਦੇ, ਤੁਸੀਂ ਆਪਣੇ ਹਿਸਾਬ ਨਾਲ ਚੱਲੋ, ਇਹ ਤੁਹਾਡਾ ਗਰਮ ਖੂਨ ਆ, ਅਸੀਂ ਨਹੀਂ ਚੱਲ ਸਕਦੇ। ਏਦਾਂ ਕਰਕੇ ਉਹਨਾਂ ਨੇ ਟਾਲ ਮਟੋਲਾ ਜਿਹਾ ਜਿਵੇਂ ਕਰ ਦੇਣਾ। ਆਪਸ ਵਿੱਚ ਮਿਲਦੇ ਰਹਿੰਦੇ ਸੀਗੇ ਭਾਈ ਹਰਮਿੰਦਰ ਸਿੰਘ ਸੰਧੂ ਤੇ ਟੌੜਾ ਸਾਹਿਬ? ਉਹ ਸਿਰਫ ਤਰੀਕ ਪੇਸ਼ੀ ਤੇ ਮਾੜਾ ਮੋਟਾ ਜੇ 1-2 ਵਾਰੀ ਮਿਲੇ ਨੇ, ਉਸ ਤਰ੍ਹਾਂ ਨਹੀਂ, ਜ਼ਿਆਦਾ ਨਹੀਂ। ਮੇਰੇ ਹੁੰਦਿਆਂ ਤੇ ਇੱਕ ਦੇਰੀ ਗੱਲ ਹੋਈ ਹੈ, ਜ਼ਿਆਦਾ ਨਹੀਂ। ਸੋ ਬਹੁਤ ਬਹੁਤ ਮਿਹਰਬਾਨੀ ਤੁਹਾਡੀ, ਤੁਸੀਂ ਆਪਣੇ ਵਿਚਾਰ ਸਾਂਝੇ ਕੀਤੇ, ਆਪਣੇ ਜਿਹੜੇ ਤੁਸੀਂ ਆਪ
ਹੱਡੀ ਵੀ ਹੰਡਾਇਆ, ਪਿੰਡੇ ਵੀ ਹੰਡਾਇਆ, ਤੇ ਜਿਹੜਾ ਤੁਸੀਂ ਉਸ ਸਮੇਂ ਸਾਰਾ ਦ੍ਰਿਸ਼ ਦੇਖਿਆ ਉਹ ਸਾਡੇ ਨਾਲ ਸਾਂਝਾ ਕੀਤਾ। ਬਹੁਤ ਮਿਹਰਬਾਨੀ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਟਾਈਮ ਕੱਢ ਕੇ ਮੇਰੇ ਕੋਲੋਂ ਇਹ ਇੰਟਰਵਿਊ ਲਈ ਹੈ। ਬਹੁਤ ਧੰਨਵਾਦ ਤੁਹਾਡਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇੱਕ ਅਹਿਮ ਲੜੀ ਦੇ ਤਹਿਤ ਅੱਜ ਭਾਈ ਗੁਰਮੀਤ ਸਿੰਘ ਬੁੱਟਰ ਉਹਨਾਂ ਨਾਲ ਗੱਲਬਾਤ ਕੀਤੀ ਹੈ। 84 ਦੇ ਵਰਤਾਰੇ ਬਾਰੇ ਇੱਕ ਚਸ਼ਮਦੀਦ ਗਵਾਹ ਨੇ। ਖਾਸ ਤੌਰ ਤੇ ਜਦੋਂ ਭਾਈ ਹਰਮਿੰਦਰ ਸਿੰਘ ਸੰਧੂ ਦੀ ਗੱਲ ਆਉਂਦੀ ਹੈ ਜਾਂ ਜੋਧਪੁਰ ਜੇਲ੍ਹ ਦੇ ਕੈਦੀਆਂ ਦੀ ਗੱਲ ਆਉਂਦੀ ਹੈ ਤੇ ਉਹਨਾਂ ਦੀ ਪੈਰਵਾਈ ਕਰਨ ਦੇ ਵਿੱਚ ਕਿਵੇਂ ਸ਼੍ਰੋਮਣੀ ਕਮੇਟੀ ਨੇ ਵੱਡਾ ਸਹਿਯੋਗ ਕੀਤਾ ਉਸ ਦੀ ਗੱਲ ਆਉਂਦੀ ਹੈ, ਉਹ ਚੀਜ਼ਾਂ ਸਾਡੇ ਸਾਹਮਣੇ ਆਈਆਂ। ਇਸ 1984 ਦੇ ਸਾਰੇ ਵਰਤਾਰੇ ਨੂੰ ਜੋੜਨ ਲਈ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕਈ ਇੰਟਰਵਿਊ ਜਿਹੜੀ ਅਸੀਂ ਤੁਹਾਡੇ ਸਾਹਮਣੇ ਲੈ ਕੇ ਆਉਣ ਦੀ ਕੋਸ਼ਿਸ਼ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।